ਹੈਲੋ एवरीवन ਮੋਸਟ ਵੈਲਕਮ ਟੂ ਆਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਤਾਂ ਅੱਜ ਆਪਾਂ ਕੰਟੀਨਿਊ ਕਰਦੇ ਆਪਣੀ ਸੀਡੀਪੀ ਦੇ ਸਿਲੇਬਸ ਨੂੰ। ਦੇਖੋ ਸੀਡੀਪੀ ਦੇ ਵਿੱਚ ਆਪਾਂ ਬਹੁਤ ਸਾਰੇ ਜੋ ਟੂ ਸੇ 2 ਟੌਪਿਕ ਨੇ ਜੋ ਆਪਾਂ ਕੰਪਲੀਟ ਕਰ ਚੁੱਕੇ ਆ, 3 ਟੌਪਿਕ ਸੌਰੀ। ਹਿਸਟਰੀ ਔਰੀਜਨ ਆਫ ਸਾਈਕੋਲੋਜੀ ਵੀ ਜਿਹਨੂੰ ਕਿਹਾ ਜਾਂਦਾ ਹੈ, ਗਰੋਥ ਐਂਡ ਡਿਵੈਲਪਮੈਂਟ, ਸਟੇਜਸ ਹੋ ਗਿਆ, ਪ੍ਰਿੰਸੀਪਲਸ ਆਫ ਡਿਵੈਲਪਮੈਂਟ, ਇਹ ਸਾਰਾ ਕੁਛ ਆਪਾਂ ਕਵਰ ਕਰ ਚੁੱਕੇ ਆ। ਆਫਟਰ ਦੈਟ ਆਪਾਂ ਕੀਤਾ ਸੀ ਹੈਰੀਡਿਟੀ ਐਂਡ ਇਨਵਾਇਰਮੈਂਟ, वो भी अपना कंप्लीट हो चुके हैं। ठीक है, उस तो बाद अपना जो नेक्स्ट टॉपिक है वो है लर्निंग डिसेबिलिटीज़। ठीक है, बट लर्निंग डिसेबिलिटीज़ मतलब जो प्रॉब्लम्स आप कह सकते हैं बहुत सारे डिसलैक्सिया, डिसलैक्सिया, ये सारी डिसेबिलिटीज़ ये कवर होंगे ने। बट इसमें स्टार्ट करने तो पहले एक बार आप कवर करांगे MCQs ਨੂੰ, क्योंकि मेरे अकॉर्डिंग जो MCQs ने उन्होंने कवर करना बहुत जरूरी है। फॉर एग्जाम्पल आप अगर कोई टॉपिक कंप्लीट कर लें तो वो लिए आपको प्रैक्टिस जरूरी है, तो ही अपन क्लीयर हो सकेगा कि अपना टॉपिक चंगी तरह क्लीयर होया भी है या नहीं होया। ਹੁਣ ਤੁਸੀਂ ਆਪਣਾ ਗਰੋਥ ਐਂਡ ਡਿਵੈਲਪਮੈਂਟ ਟੌਪਿਕ ਪੂਰਾ ਕੰਪਲੀਟ ਕਰ ਲਿਆ ਹੋਏਗਾ। ਜੇਕਰ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਪੂਰਾ ਟੌਪਿਕ, ਜਿਵੇਂ ਇੱਕ ਕੋਰਸ ਦੇ ਵਿੱਚ, ਕੋਚਿੰਗ ਦੇ ਵਿੱਚ ਤੁਹਾਨੂੰ ਮਿਲਦਾ, ਬਿਲਕੁਲ ਉਸੇ ਤਰੀਕੇ ਨਾਲ ਡਿਟੇਲ ਦੇ ਵਿੱਚ ਕੱਲੀ ਚੀਜ਼ ਦੀ ਐਕਸਪਲੇਨੇਸ਼ਨ ਤੁਹਾਨੂੰ ਮਿਲ ਜੇਗੀ। ਠੀਕ ਹੈ, ਚੈਨਲ 'ਤੇ ਜਾ ਕੇ ਤੁਸੀਂ ਪਲੇਲਿਸਟ ਦੇਖ ਸਕਦੇ ਹੋ, ਉੱਥੇ ਤੁਹਾਨੂੰ CDP ਫॉर PS ਟੈਟ ਜਾਂ ਫਿਰ ਬਾਕੀ ਅਗਰ ਤੁਸੀਂ ਸਬਜੈਕਟ ਕਰਨਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਮਿਲ ਜੇਗੀ। ਤੁਸੀਂ ਉੱਥੋਂ ਆਪਣਾ ਸਿਲੇਬਸ ਜੋ ਹੈ ਸਟਾਰਟ ਕਰ ਸਕਦੇ ਹੋ। ਠੀਕ ਹੈ, ਥੋੜ੍ਹਾ ਜਿਹਾ 2-3 ਦਿਨ ਜੋ ਹੈ ਉਹ ਵੀਡੀਓਜ਼ ਨਹੀਂ ਆਪਾਂ ਲੈ ਕੇ ਆ ਸਕੇ, ਥੋੜ੍ਹਾ ਸ਼ਡਿਊਲ ਬਿਜ਼ੀ ਹੋ ਤਬੀਅਤ ਕਰਕੇ, ਬਟ ਸਟਿਲ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਔਰ ਨੈਕਸਟ ਟੌਪਿਕ ਲਰਨਿੰਗ ਡਿਸੇਬਿਲਿਟੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਥੋੜ੍ਹੇ ਜਿਹੇ MCQs ਆਪਾਂ ਕਰਾਂਗੇ ਅੱਜ। ਕੁਛ 30 ਮੋਸਟ ਇੰਪੋਰਟੈਂਟ ਆਪਾਂ ਕਹਾਂਗੇ ਕਿ ਬਹੁਤ ਇੰਪੋਰਟੈਂਟ ਜੋ 30 MCQs ਨੇ ਤੁਹਾਡੇ ਲਈ ਲਿਆਂਦੇ ਜਾ ਰਹੇ ਨੇ। ਜੇ ਤੁਸੀਂ ਇਹ 30 MCQs ਅੱਛੇ ਤਰੀਕੇ ਨਾਲ ਕਵਰ ਕਰ ਲੈਂਦੇ ਹੋ, ਤੁਹਾਡੇ ਮਤਲਬ ਐਟਲੀਸਟ 25+ ਜੋ ਮਾਰਕਸ ਨੇ ਇਸ ਦੇ ਵਿੱਚੋਂ ਆ ਜਾਂਦੇ ਨੇ, ਤਾਂ ਇਹ ਈਜ਼ੀਲੀ ਕਿਹਾ ਜਾ ਸਕਦਾ ਹੈ ਕਿ ਤੁਹਾਡੀ ਇਸ ਟੌਪਿਕ ਦੀ ਪ੍ਰੈਕਟਿਸ ਜੋ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਚੁੱਕੀ ਹੈ। ਠੀਕ ਹੈ, ਤਾਂ ਅੱਗੇ ਵਧਣ ਤੋਂ ਪਹਿਲਾਂ ਪਿਛਲਾ ਚੰਗੀ ਤਰ੍ਹਾਂ ਹੋ ਜਾਵੇ, ਇਸ ਲਈ MCQ ਜ਼ਰੂਰੀ ਨੇ। ਪਹਿਲਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਦੇ ਵਿੱਚ ਹੀ ਜੋ ਹੈਰੀਡਿਟੀ ਤੇ ਇਨਵਾਇਰਮੈਂਟ ਹੈ ਉਸ ਦੇ ਵੀ MCQs ਕਰਵਾ ਦਿੱਤੇ ਜਾਣ, ਬਟ ਇਹ ਵੀਡੀਓ ਰਹੇਗਾ ਸਿਰਫ ਗਰੋਥ ਐਂਡ ਡਿਵੈਲਪਮੈਂਟ ਦੇ ਲਈ। ਠੀਕ ਹੈ, ਤਾਂ ਦੇਖਦੇ ਹਾਂ, ਚਲੋ ਸਟਾਰਟ ਕਰਦੇ ਹਾਂ। ਔਰ ਇੱਕ ਹੋਰ ਚੀਜ਼ ਹੈ ਤੁਹਾਡੇ ਲਈ, ਤੁਸੀਂ ਆਪਣੇ ਜੋ ਮਾਰਕਸ ਨੇ ਉਹ ਨਾਲ ਜ਼ਰੂਰ ਕਾਊਂਟ ਕਰਨੇ ਨੇ। ਠੀਕ ਹੈ, ਹੋ ਸਕੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਆਊਟ ਆਫ ਕਿੰਨੇ ਮਾਰਕਸ ਨੇ। 30 ਕੁਐਸਚਨਸ ਆਪ ਕਰਾਂਗੇ ਅਤੇ ਤੁਸੀਂ ਆਪਣੇ ਮਾਰਕਸ ਮੇਰੇ ਆਪਾਂ ਕਹਿ ਸਕਦੇ ਹੋ ਕਿ ਮੇਰੇ ਆਨਸਰ ਦੱਸਣ ਤੋਂ ਪਹਿਲਾਂ ਤੁਸੀਂ ਖੁਦ ਆਪਣੇ ਆਪ ਨੂੰ ਜੱਜ ਕਰਨਾ ਹੈ, ਵੀਡੀਓ ਨੂੰ ਪੋਜ਼ ਕਰ ਸਕਦੇ ਹੋ। ਠੀਕ ਹੈ, ਖੁਦ ਆਨਸਰ ਲੈਣਾ ਹੈ, ਦੇਖਣਾ ਹੈ ਕਿ ਤੁਹਾਡੀ ਪ੍ਰੈਕਟਿਸ ਕਿੰਨੀ ਕੁ ਹੋਈ ਹੈ। ਠੀਕ ਹੈ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 25+ ਨਹੀਂ ਆਏ ਤਾਂ ਤੁਸੀਂ ਇਸਦੀ ਰਿਵੀਜ਼ਨ ਕਰੋ। ਅਗਰ ਤੁਹਾਡੇ ਜ਼ਿਆਦਾ ਘੱਟ ਨੇ ਤਾਂ ਸਾਰਾ ਟੌਪਿਕ ਇੱਕ ਵਾਰੀ ਦੁਬਾਰਾ ਕਰੋ। ਠੀਕ ਹੈ, ਅੱਗੇ ਵਧਣ ਦਾ ਤਾਂ ਹੀ ਆਪਾਂ ਕਹਾਂਗੇ ਕਿ ਅਗਰ ਪਿਛਲਾ ਬਹੁਤ ਚੰਗੇ ਤਰੀਕੇ ਨਾਲ ਕਲੀਅਰ ਹੈ। ਤਾਂ ਬਿਲਕੁਲ ਅੱਜ ਦਾ ਜੋ ਟੌਪਿਕ ਹੈ ਉਹ ਹੈ MCQs ਫॉर ਗਰੋਥ ਐਂਡ ਡਿਵੈਲਪਮੈਂਟ। 30 ਕੁਐਸਚਨਸ ਰਹਿਣਗੇ, ਬਹੁਤ ਇੰਪੋਰਟੈਂਟ ਕੁਐਸਚਨਸ ਨੇ, ਬਹੁਤ ਸਾਰੇ ਕੁਐਸਚਨਸ ਨੇ ਪ੍ਰੀਵੀਅਸ ਪੇਪਰਸ ਦੇ ਵਿੱਚੋਂ ਲਏ ਗਏ ਨੇ। ਤਾਂ ਮਤਲਬ ਆਪਾਂ ਇਹ ਕਹਿ ਸਕਦੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ ਇਹ। ਤਾਂ ਬਿਲਕੁਲ ਸਟਾਰਟ ਕਰਦੇ ਹਾਂ। ਹੋ ਸਕਦਾ ਥੋੜ੍ਹਾ ਵਿਜ਼ੀਬਲ ਨਾ ਹੋਵੇ, ਬਟ ਸਟਿਲ ਮੈਂ ਇੱਕ ਵਾਰੀ ਜ਼ਰੂਰ ਬੋਲੂੰਗੀ ਜ਼ਰੂਰ। ਪੰਜਾਬੀ ਦੇ ਵਿੱਚ ਵੀ ਇਸਨੂੰ ਟ੍ਰਾਂਸਲੇਟ ਕੀਤਾ ਜਾਏਗਾ, ਸੋ ਜਿਨ੍ਹਾਂ ਨੂੰ ਇੱਦਾਂ ਲੱਗਦਾ ਕਿ ਪੰਜਾਬੀ ਦੇ ਵਿੱਚ MCQs ਹੋਣੇ ਚਾਹੀਦੇ ਨੇ, ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਜਾਏਗੀ ਬਾਇਲਿੰਗੁਅਲ ਰਹਿਣ ਦੀ। ਠੀਕ ਹੈ, ਅੱਜ ਥੋੜ੍ਹਾ ਜਲਦੀ ਵਿੱਚ ਹੋਣ ਕਰਕੇ। ਤਾਂ ਫਸਟ ਜੋ ਹੈ ਤੁਹਾਡੇ ਕੋਲ ਹੈ ਵਿਚ ਆਫ ਦ ਫੋਲੋਇੰਗ ਇਜ਼ ਨੋਟ। ਹੁਣ ਇਹਨਾਂ ਨੇ ਪੁੱਛਿਆ ਕਿ ਜੋ ਆਪਣੇ ਕੋਲ ਅਰਲੀ ਚਾਈਲਡਹੁੱਡ ਹੁੰਦਾ, ਆਪਾਂ ਅਰਲੀ ਚਾਈਲਡਹੁੱਡ ਬਾਰੇ ਪੜ੍ਹ ਕੇ ਆਏ ਸੀ। ਅਰਲੀ ਚਾਈਲਡਹੁੱਡ ਦੀਆਂ ਬਹੁਤ ਸਾਰੀਆਂ ਆਪਾਂ ਦੇਖੋ ਇਹਦੇ ਵਿੱਚ ਕੀ ਕੀਤਾ ਸੀ। ਪਹਿਲੀ ਗੱਲ ਤਾਂ ਇਹਦੀ ਏਜ ਕਿਹੜੀ ਹੁੰਦੀ ਹੈ ਜੀ, ਇਹਦੀ ਏਜ ਹੁੰਦੀ ਹੈ 2 ਤੋਂ 6 ਸਾਲ ਦੀ ਉਮਰ। 2 ਤੋਂ ਲੈ ਕੇ 6 ਸਾਲ ਦਾ ਜੋ ਬੱਚਾ ਹੁੰਦਾ ਉਸਨੂੰ ਅਰਲੀ ਏਜ ਦੇ ਵਿੱਚ ਲਿਆ ਜਾਂਦਾ ਹੈ। ਠੀਕ ਹੈ, ਤਾਂ ਦੇਖੋ ਇਹਨਾਂ ਨੇ ਕਿਹਾ ਵੀ ਕਿਹੜੀ ਇੱਕ ਹੈ ਜੋ ਵਿਸ਼ੇਸ਼ਤਾ ਨਹੀਂ ਹੈ ਕਿਹਦੀ, ਅਰਲੀ ਚਾਈਲਡ ਦੀ, ਮਤਲਬ 2 ਤੋਂ 6 ਸਾਲ ਤੱਕ ਦਾ ਜੋ ਬੱਚਾ ਹੁੰਦਾ ਹੈ ਇਹਨਾਂ ਵਿੱਚੋਂ ਕਿਹੜੀ ਇੱਕ ਐਕਟੀਵਿਟੀ ਨਹੀਂ ਕਰਦਾ। ਠੀਕ ਹੈ, ਆਪਾਂ ਕੱਲੀ ਸਟੇਜ ਬਾਰੇ, ਕੱਲੀ ਚੀਜ਼ ਬਾਰੇ ਡਿਸਕਸ ਕੀਤਾ ਹੋਇਆ। ਤਾਂ ਦੇਖਦੇ ਹਾਂ, ਪਹਿਲਾਂ ਤੁਸੀਂ ਆਪਣਾ ਆਨਸਰ ਮਾਰਕ ਕਰੋ। ਠੀਕ ਹੈ, ਆਪਣਾ ਨੰਬਰ ਲਗਾਓ, ਸਹੀ ਹੈ ਗਲਤ ਹੈ, ਆਪਣੇ ਟੋਟਲ ਆਪਣੇ ਆਪ ਨੂੰ ਜੱਜ ਕਰੋ ਕਿ ਤੁਸੀਂ ਕਿੰਨਾ ਆਪਣਾ ਆਪ ਨੂੰ ਪ੍ਰਿਪੇਅਰ ਕੀਤਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਫਸਟ ਆਪਸ਼ਨ ਹੈ ਪ੍ਰੀ ਗੈਂਗ ਏਜ। ਠੀਕ ਹੈ ਜੀ, ਸੈਕਿੰਡ ਹੈ ਕੁਐਸਚਨ ਏਜ, ਥਰਡ ਹੈ ਇਮੀਟੇਟਿਵ ਐਂਡ ਲਾਸਟ ਵਨ ਇਜ਼ ਪਲੇ ਏਜ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਹੈ? ਪ੍ਰੀ ਗੈਂਗ ਏਜ ਦਾ ਮਤਲਬ ਹੁੰਦਾ ਹੈ ਕਿ ਇੱਕ ਗੈਂਗ ਬਣਾ ਕੇ ਉਸ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਸ਼ੁਰੂ ਕਰਦਾ ਹੈ, ਸਟਾਰਟਿੰਗ ਹੁੰਦੀ ਹੈ, ਇਸ ਲਈ ਇਸਨੂੰ ਪ੍ਰੀ ਗੈਂਗ ਕਿਹਾ ਜਾਂਦਾ ਹੈ। ਠੀਕ ਹੈ, ਸੈਕਿੰਡ ਹੈ ਕੁਐਸਚਨ ਏਜ। ਕੁਐਸਚਨ ਏਜ ਦਾ ਮਤਲਬ ਹੋ ਗਿਆ ਕਿ ਬਹੁਤ ਜ਼ਿਆਦਾ ਕੁਐਸਚਨਿੰਗ ਕਰਦਾ ਹੈ, ਆਪਣੇ ਇਨਵਾਇਰਮੈਂਟ ਨੂੰ ਦੇਖ ਕੇ ਜਦੋਂ ਕੁਝ ਸਿੱਖਦਾ ਤਾਂ ਓਬਵੀਅਸ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਬੱਚੇ ਬਹੁਤ ਜ਼ਿਆਦਾ ਕੁਐਸਚਨ ਕਰਦੇ ਨੇ, ਇਹ ਕਿਵੇਂ ਹੈ, ਉਹ ਕਿੱਦਾਂ ਹੈ, ਇਹ ਕਿੱਥੋਂ ਆਇਆ, ਇਹ ਸਾਰਾ ਕੁਝ। ਠੀਕ ਹੈ, ਇਮੀਟੇਟਿਵ ਮਤਲਬ ਨਕਲ ਕਰਨਾ, ਕਿ ਨਕਲ ਕਰਦਾ ਹੈ ਇਸ ਏਜ ਦੇ ਵਿੱਚ, ਜਾਂ ਫਿਰ ਪਲੇ ਏਜ ਬਹੁਤ ਜ਼ਿਆਦਾ ਖੇਲਦਾ ਹੈ, ਪਲੇ ਏਜ ਵੀ ਉਸਨੂੰ ਕਿਹਾ ਜਾਂਦਾ ਹੈ। ਤਾਂ ਬਿਲਕੁਲ ਸਹੀ ਜੀ ਚੀਜ਼ ਹੈ। प्ले तो है 2 ਤੋਂ 6 साल तक का जो बच्चा होंगे खेडेगा तो हैगा ही ना, प्ले तो करेगा ही, तो बिल्कुल प्ले एज का है। सैकेंड अगर आप गल करिए इस तो पहला सी इमीटेटिव, बिल्कुल जो 2 ਤੋਂ 6 साल का बच्चा होंगे वो नकल भी करता है, जिवें आप देखते हैं कि बच्चा अपने पेरेंट्स को देखता है, उन्होंने कॉपी करता है प्रॉपरली,
ठीक है, अपने टीचर्स ने उन्होंने कॉपी करने की कोशिश करता है, क्योंकि हले उसकी स्कूल के स्टार्टिंग होती है, तो जिमें जिमें टीचर करता है बिल्कुल उसमें कॉपी करके करता है तो सीखने की कोशिश करता है। ठीक है, तो नकल तो इस उम्र के अपन आम जी चीज़ देखने को मिलती है। क्वेश्चन भी बहुत ज़्यादा देखो, जो 2 ਤੋਂ 6 साल का बच्चा होंगे ना, 2 साल तक आप ये कह सकते हैं कि 0 to 2 राइट, तो 2 साल तक का जो बच्चा होंगे आप ये कह सकते हैं कि हले अपने घर के अंदर ज़्यादा रहिंदा है। ठीक है, उसका इन्वायरमेंट हले सिर्फ उसकी फैमिली होंगी है ज़्यादातर। ठीक है, एवं नहीं कि बिल्कुल नहीं निकलना, जस्ट आप कह सकते हैं ज़्यादातर अपने घर के अंदर रहिंदा है। बट 2 ਤੋਂ 6 साल का जो हो जाता है तो वह अपनी सोसाइटी के निकलना शुरू करता है, स्कूल के जाना शुरू करता है, नवे नवे फ्रेंड्स बनाना शुरू करता है, तो बिल्कुल क्वेश्चन उसके इत्थे आके पूछना शुरू कर देंगे, क्योंकि चंगे तरीके नाल बोलना भी शुरू कर देंगे। चंगे तरीके नाल आप कह सकते हैं कि सोसाइटी के थोड़ा जिहा बाहर आंदा है, तो उसके मन में बहुत सारे क्वेश्चन है, तो क्वेश्चन भी बहुत ज़्यादा इस पूछे जाते हैं, इसलिए इसनूं क्वेश्चन एज भी कहा जाता है। रह जाती है जी गल प्री गैंग एज की। हुण प्री गैंग एज की अगर आप गल करिए तो 2 ਤੋਂ 6 साल का बच्चा बिल्कुल किसी गैंग के नवे नवे फ्रेंड बनाना शुरू करता है। मैंने कहा कि वह नवे नवे फ्रेंड बनाना शुरू करता है, पर एक ग्रुप बना के उस रहना नहीं शुरू करता। ग्रुप बना के रहने की जो कंडीशन है वह आ जाती है लेटर चाइल्डहुड के। जो बच्चा 6 ਤੋਂ 12 साल की उम्र के होंगे उदों अपन देखने को मिलता है कि ग्रुपिज्म कर लेंगे, एक प्री गैंग एज मतलब अपने फ्रेंड सर्कल एक बना लेंदा तो उन्होंने रहना शुरू कर देंगे, उन्होंने खेलना उसनों ज़्यादा पसंद होंदा है कंपैरिजन दैन फैमिली के नाल रहन दे, ਜਾਂ मतलब उसनों खेलना अपने फ्रेंड्स नाल रहना एक ग्रुप के रहना ज़्यादा पसंद हो जाता है। ठीक है, तो बिल्कुल प्री गैंग एज इसनों नहीं कहा जाएगा, क्योंकि प्री गैंग एज जो कितने ना कितने की है लेटर चाइल्डहुड है। ठीक है, लेटर चाइल्डहुड के आता है, ना कि अर्ली दे विच। तो इन्होंने दोनों के ध्यान रखियो। तो अपने ये देखो एक होर चीज़ सी, ये जो क्वेश्चन सी उस पूछा गया सी नोट। तो जो तुहाडे कोल इदां दे नोट आ जाए ना उसनों पहले ही हाईलाइट कर लिया करो, ताकि बाद में क्वेश्चन पेपर जो आप करते हैं ना पेपर के अपने माइंड से बहुत ज़्यादा एग्जाम का स्ट्रेस जो किमें भी अपना पूरा कंसनट्रेट हो, इसलिए इधर के वर्ड्स नू नोट हो गया, एक्सैप्ट हो गया, तो इन्होंने हाईलाइट कर लीदा। ठीक है, हुण नोट प्रैक्टिस किच की आएगा अर्ली चाइल्डहुड की नहीं होंदा प्री गैंग एज, मतलब अपना जो ए ऑप्शन है वो अपना राइट ऑप्शन है। क्लीयर। नैक्सट अगर आप वधिए तो सैकेंड है डेवलपमेंट, किस तरीके नाल प्रोसीड करती है। ये भी आप पढ़िया सी कि डेवलपमेंट प्रोसीड करती है। ठीक है, हुण किस तरीके नाल करती है वो आप देखते हैं। देखो ऑप्शन तुहाडे कोल की ने, जनरल टू स्पैसीफिक, ठीक है, कॉम्पलैक्स टू हार्ड, स्पैसीफिक टू जनरल, या फिर सिंपल टू ईजी। देखो कॉम्पलैक्स टू हार्ड ये तो आप पढ़िया ही नहीं। ठीक है, आप ईजी टू नॉन टू अननोन, जनरल टू स्पैसीफिक, एग्जाम्पल टू रूल, ये सब कुछ किया है राइट। सिंपल टू ईजी, ठीक है, मेरे ख्याल दे विच आपां जो पढ़िया सी, आपां की पढ़िया सी कि डेवलपमेंट किवें प्रोसीड करती है, बिल्कुल जनरल तो स्पैसीफिक वाल जाती है। ठीक है, जनरल तो पहले आप जनरली सीखते हैं, फिर कल्ले कल्ले पार्ट बारे सीखना शुरू करते हैं, दैट इज़ जनरल टू स्पैसीफिक। तो बिल्कुल इसका जो राइट ऑप्शन होएगा वो भी की होएगा जी ए होएगा। तो ए इज़ अपना राइट आंसर है। ठीक है, डिटेल के डिस्कशन ये बारे आप पूरी की हुई है। नैक्सट अगर आप गल करिए कोगनीटिव डिवेलपमेंट का की मतलब होंदा है। देखो डेवलपमेंट जो होंदा वो कई टाइप्स का होंदा है, फिजिकल होंदा है, मॉरल होंदा है, कोगनीटिव होंदा है, लैंगुएज होंदा है। ठीक है, तो हर टाइप के डेवलपमेंट जो कि इसके की आ जाते हैं कितने ना कितने पार्ट्स के भी आप टाइप्स के किया डिटेल के नाल। तो हुण आप देखते हैं सब तो पहले तो आ जाता डेवलपमेंट ऑफ इंटैलीजेंट। कोगनीटिव डेवलपमेंट होंदा है किस चीज़ का होंदा है, बुद्धि का विकास होंदा है। इंटैलीजेंस का मतलब हो गया बुद्धि, कि वह बुद्धि का विकास होंदा है। ठीक है, उस तो बाद आ जाता चाइल्ड कि बच्चे का विकास होंदा है। ठीक है, या फिर अगर आप गल करिए फिजिकल स्किल जाके जो अपना शरीरिक है उसके नाल रिलेटेड होंदा है। ठीक है, या फिर इंडिविजुअल आप कह सकते हैं अलग अलग तौर पर। इंडिविजुअल तो बिल्कुल नहीं आएगा, क्योंकि इंडिविजुअल डेवलपमेंट कल्ले कल्ले जो उसका प्रोसैस होंदा किते ना किते सारिਆਂ ਦੇ सेम होंदा है। ठीक है, तो कोगनीटिव की की गल हो जाती है। हुण कोगनीटिव बारे गल हो रही है। कोगनीटिव का मतलब होंदा है जी अपनी बुद्धि नाल रिलेटेड, अपने माइंड नाल रिलेटेड, अपनी आप कह सकते हैं जो अपनी बुद्धि का विकास है उसनूं आपां कोगनीटिव डेवलपमेंट भी बोलते हैं। और माइंड मतलब की हो जाता है इंटैलीजेंस हो जाता है। तो बिल्कुल इसका भी की ऑप्शन रहेगा, ए ऑप्शन राइट रहेगा। कोगनीटिव डेवलपमेंट मतलब अपनी बुद्धि का विकास। ठीक है, आप जिमें जिमें बच्चा बड़ा होंदा है, एक चाइल्ड बड़ा होंदा है, उसके माइंड के कितना क डेवलप हो रहा है, कितना कुछ सीख रहा है, लर्निंग हो रही है, तो उसके जो बुद्धि पर असर पैंदा है। ठीक है, वो सारा कुछ कि आ जाता है जी कोगनीटिव डेवलपमेंट किया जाता उसनूं, मतलब डेवलपमेंट ऑफ इंटैलीजेंस, बुद्धि का विकास। नैक्सट अगर आप गल करिए फोर्थ क्वेश्चन है तुहाडे कोल, ह्यूमन डेवलपमेंट जो डिवाइड किया जाता है
ਕਿਹਦੇ ਵਿੱਚ ਹਿਊਮਨ ਡਿਵੈਲਪਮੈਂਟ, ਜਿਵੇਂ ਮੈਂ ਹੁਣ ਇੱਥੇ ਦੱਸ ਰਹੀ ਸੀ ਕਿ ਜੋ ਡਿਵੈਲਪਮੈਂਟ ਹੁੰਦਾ ਉਹ ਕਈ ਟਾਈਪਸ ਦਾ ਹੁੰਦਾ ਹੈ ਨਾ, ਉਸਨੂੰ ਆਪਾਂ ਇਹ ਕਹਿ ਸਕਦੇ ਕਿ ਕਈ ਡੋਮੇਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਉਹ ਸਾਰਾ ਕੁਝ ਹੁਣ ਦੇਖਦੇ ਹਾਂ ਕਿਹਦੇ ਵਿੱਚ ਕੀਤਾ ਜਾਂਦਾ। ਦੇਖੋ ਫਿਜ਼ੀਕਲ, ਕੋਗਨੀਟਿਵ, ਇਮੋਸ਼ਨਲ, ਸੋਸ਼ਲ, ਠੀਕ ਹੈ। ਸੈਕਿੰਡ ਤੁਹਾਡੇ ਕੋਲ ਆਪਸ਼ਨ ਹੈ ਇਮੋਸ਼ਨਲ, ਕੋਗਨੀਟਿਵ, ਸਪਿਰਿਚੁਅਲ ਐਂਡ ਸੋਸ਼ਲ ਸਾਈਕੋਲੋਜੀਕਲ, ਠੀਕ ਹੈ। ਤਾਂ ਇੱਥੇ ਜੋ ਸੈਕਿੰਡ ਆਪਸ਼ਨ ਆਪਾਂ ਦੇਖ ਪਾ ਰਹੇ ਹਾਂ, ਸੈਕਿੰਡ ਆਪਸ਼ਨ ਦੇ ਵਿੱਚ ਤਾਂ ਕਲੀਅਰ ਹੈ ਕਿ ਇਹ ਦੋਨੋਂ ਵਰਡਸ ਤਾਂ ਬਿਲਕੁਲ ਹੀ ਸੋਸ਼ਲ ਸਾਈਕੋਲੋਜੀਕਲ ਨਹੀਂ ਆਉਣਗੇ, ਠੀਕ ਹੈ। ਤਾਂ ਇੱਥੇ ਜੋ ਆਪਣਾ ਸੈਕਿੰਡ, ਕਈ ਵਾਰ ਆਪਣੇ ਕੋਲ ਕੀ ਹੁੰਦਾ ਕੁਐਸਚਨਸ ਦੇ ਵਿੱਚ ਇਲੀਮੀਨੇਸ਼ਨ ਮੈਥਡ ਵੀ ਆਪਾਂ ਨੂੰ ਲਗਾਉਣਾ ਪੈਂਦਾ ਹੈ। ਇਲੀਮੀਨੇਸ਼ਨ ਮੈਥਡ ਦਾ ਮਤਲਬ ਕੀ ਹੋ ਜਾਂਦਾ ਹੈ, ਹੁਣ ਜਿਵੇਂ ਮੰਨ ਲਓ ਲੈਟ ਕਰ ਲਓ ਕਿ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਕਿਹੜਾ ਹੋ ਸਕਦਾ, ਤਾਂ ਇਲੀਮੀਨੇਟ ਕਰਨਾ ਸ਼ੁਰੂ ਕਰੋ। ਇਲੀਮੀਨੇਟ ਮਤਲਬ ਇੱਕ ਇੱਕ ਕਰਕੇ ਆਪਸ਼ਨਸ ਨੂੰ ਕੱਟ ਕਰਨਾ ਸ਼ੁਰੂ ਕਰੋ। ਜੋ ਤੁਸੀਂ ਫਸਟ ਆਪਸ਼ਨ ਦੇਖਿਆ ਤਾਂ ਤੁਹਾਨੂੰ ਲੱਗਿਆ ਹੋ ਸਕਦਾ ਇਹ ਸਹੀ ਹੋਵੇ, ਇਹਦੇ ਵਿੱਚ ਕੁਝ ਵੀ ਮੈਨੂੰ ਗਲਤ ਨਹੀਂ ਲੱਗ ਰਿਹਾ, ਠੀਕ ਹੈ। ਸੈਕਿੰਡ ਤੁਸੀਂ ਦੇਖ ਰਹੇ ਹੋ ਕੋਗਨੀਟਿਵ, ਸਪਿਰਿਚੁਅਲ, ਸੋਸ਼ਲ ਸਾਈਕੋਲੋਜੀਕਲ, ਤਾਂ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਤਾਂ ਕਲੀਅਰ ਹੈ ਕਿ ਸਪਿਰਿਚੁਅਲ ਵਰਗਾ ਤਾਂ ਆਪਾਂ ਕੁਝ ਦੇਖਿਆ ਨਹੀਂ, ਤਾਂ ਸੈਕਿੰਡ ਜੋ ਕੀ ਹੋ ਜਾਏਗਾ ਆਪਣਾ ਗਲਤ ਹੋ ਜਾਏਗਾ, ਠੀਕ ਹੈ। ਤਾਂ ਸੈਕਿੰਡ ਆਪਸ਼ਨ ਤਾਂ ਆਪਣਾ ਨਹੀਂ ਆਏਗਾ, ਤਾਂ ਇੱਥੇ ਇੱਕ ਆਪਸ਼ਨ ਤਾਂ ਤੁਹਾਡੇ ਕੋਲ ਐਲੀਮੀਨੇਟ ਹੋ ਜਾਂਦੀ ਹੈ, ਠੀਕ ਹੈ। ਸੈਕਿੰਡ ਅਗਰ ਆਪਾਂ ਥਰਡ ਦੀ ਗੱਲ ਕਰੀਏ ਤਾਂ ਥਰਡ ਮੇਰੇ ਕੋਲ ਕੀ ਆ ਜਾਂਦਾ ਹੈ ਸਾਈਕੋਲੋਜੀਕਲ, ਕੋਗਨੀਟਿਵ, ਇਮੋਸ਼ਨਲ ਔਰ ਫਿਜ਼ੀਕਲ। ਬਿਲਕੁਲ ਇਹ ਵੀ ਹੋ ਸਕਦਾ, ਠੀਕ ਹੈ। ਸਾਈਕੋਲੋਜੀਕਲ ਜੋ ਆਪਣੇ ਮਨੋਵਿਗਿਆਨ ਆਪਾਂ ਕਹਿ ਦਿੰਦੇ ਹਾਂ, ਕੋਗਨੀਟਿਵ ਜੋ ਕਿ ਆਪਣੇ ਮਾਈਂਡ ਦਾ ਹੋ ਜਾਂਦਾ, ਇਮੋਸ਼ਨਲ ਜੋ ਕਿ ਆਪਣਾ ਇਮੋਸ਼ਨਲ ਹੁੰਦਾ ਹੈ, ਠੀਕ ਹੈ। ਫਿਜ਼ੀਕਲ ਜੋ ਕਿ ਆਪਣੀ ਸਰੀਰਕ ਫਿਟਨੈਸ ਹੁੰਦੀ ਹੈ। ਦੇਖਦੇ ਹਾਂ ਚਲੋ ਜੋ ਲਾਸਟ ਆਪਸ਼ਨ ਹੈ ਉਹਦੇ ਵਿੱਚ ਵੀ ਆਪਾਂ ਨੂੰ ਜੋ ਸਪਿਰਿਚੁਅਲ ਵਰਡ ਹੈ ਉਹ ਦੇਖਣ ਨੂੰ ਮਿਲ ਰਿਹਾ, ਤਾਂ ਬਿਲਕੁਲ ਇਹ ਵੀ ਆਪਣੀ ਜੋ ਆਪਸ਼ਨ ਦੇ ਵਿੱਚ ਨਹੀਂ ਹੋਊਗਾ। ਤਾਂ ਕਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ, ਦੇਖੋ ਹੁਣ ਆਪਣੇ ਕੋਲੇ ਦੋ ਆਪਸ਼ਨਸ ਬਚਦੀਆਂ ਨੇ। ਪਹਿਲੀ ਆਪਸ਼ਨ ਕੀ ਹੈ ਫਿਜ਼ੀਕਲ, ਕੋਗਨੀਟਿਵ, ਇਮੋਸ਼ਨਲ ਐਂਡ ਸੋਸ਼ਲ। ਸਮਝਦੇ ਆ ਇਹਨਾਂ ਨੂੰ, ਜੋ ਵਿਕਾਸ ਹੁੰਦਾ ਇਨਸਾਨ ਦਾ, ਠੀਕ ਹੈ, ਡਿਵੈਲਪਮੈਂਟ ਹੁੰਦਾ ਉਹ ਫਿਜ਼ੀਕਲ ਦਾ ਹੁੰਦਾ ਨੋ ਡਾਊਟ, ਠੀਕ ਹੈ, ਜਿਸ ਨੂੰ ਆਪਾਂ ਗਰੋਥ ਵੀ ਬੋਲਦੇ ਨੇ ਆ। ਤਾਂ ਫਿਜ਼ੀਕਲ ਡਿਵੈਲਪਮੈਂਟ ਤਾਂ ਇਸਦਾ ਇੱਕ ਪਾਰਟ ਆਊਗਾ ਹੀ ਆਊਗਾ, ਠੀਕ ਹੈ, ਇਹਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ। ਸੋ ਫਿਜ਼ੀਕਲ ਤਾਂ ਹੋਏਗਾ। ਕੋਗਨੀਟਿਵ ਆਪਾਂ ਹੁਣੀ ਬੋਲ ਕੇ ਆਏ, ਦੇਖੋ ਕੋਗਨੀਟਿਵ ਨੇ ਵੀ ਹੋਣਾ। ਕੋਗਨੀਟਿਵ ਮਤਲਬ ਜਿਵੇਂ ਸਰੀਰ ਦਾ ਵਿਕਾਸ ਹੈ, ਠੀਕ ਹੈ, ਉਵੇਂ ਬੁੱਧੀ ਦਾ ਵਿਕਾਸ ਵੀ ਤਾਂ ਇੱਕ ਡਿਵੈਲਪਮੈਂਟ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਇਮੋਸ਼ਨਲ ਵੀ ਹੁੰਦਾ ਜਦੋਂ ਆਪਾਂ ਸੁਸਾਇਟੀ ਦੇ ਵਿੱਚ ਨਿਕਲਦੇ, ਆਪਣੇ ਫਰੈਂਡਸ ਬਣਦੇ ਨੇ, ਆਪਣੀ ਫੈਮਿਲੀ ਨਾਲ ਰਿਲੇਸ਼ਨਸ ਹੁੰਦੇ ਨੇ, ਤਾਂ ਇੱਕ ਇਮੋਸ਼ਨਲ ਜੋ ਡਿਵੈਲਪਮੈਂਟ ਹੈ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੋ ਜਾਂਦਾ ਹਿਊਮਨ ਡਿਵੈਲਪਮੈਂਟ ਦਾ। ਅੱਗੇ ਆ ਜਾਂਦਾ ਸੋਸ਼ਲ। ਹੁਣ ਇੱਥੇ ਆਪਾਂ ਦੇਖ ਪਾ ਰਹੇ ਹਾਂ ਸੋਸ਼ਲ ਔਰ ਸਾਈਕੋਲੋਜੀਕਲ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ। ਸੋਸ਼ਲ ਹੋ ਜਾਂਦਾ ਸਮਾਜਿਕ ਵਿਕਾਸ। ਸਮਾਜਿਕ ਵਿਕਾਸ ਮਤਲਬ ਜੋ ਆਪਾਂ ਸਮਾਜ ਤੋਂ ਸਿੱਖਦੇ ਹਾਂ, ਠੀਕ ਹੈ। ਸਾਈਕੋਲੋਜੀਕਲ ਹੋ ਜਾਂਦਾ ਆਪਣਾ ਮਤਲਬ ਆਪਾਂ ਕਹਿ ਸਕਦੇ ਹਾਂ ਸਾਈਕੋਲੋਜੀਕਲ ਜੋ ਆਪਣੇ ਸਾਈਕੋਲੋਜੀਕਲ ਸਾਰੇ ਐਸਪੈਕਟਸ ਹੁੰਦੇ ਨੇ, ਜਿਹਦੇ ਵਿੱਚ ਲੈਂਗੁਏਜ ਆ ਜਾਂਦਾ ਹੈ, ਠੀਕ ਹੈ, ਸੋਸ਼ਲ ਆ ਜਾਂਦਾ ਹੈ। ਇਹ ਕਿਤੇ ਨਾ ਕਿਤੇ ਕਵਰ ਕਰ ਲੈਂਦਾ ਸੋਸ਼ਲ ਨੂੰ ਆਪਣੇ ਅੰਦਰ, ਠੀਕ ਹੈ। ਤਾਂ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਹੀ ਜੋ ਆਪਸ਼ਨ ਹੋਏਗਾ ਉਹ ਕੀ ਹੋਏਗਾ, ਆਪਸ਼ਨ ਸੀ। ਇੱਥੇ ਤੁਸੀਂ ਉਮੀਦ ਹੈ ਕਿ ਚੀਜ਼ ਨੂੰ ਸਮਝ ਪਾ ਰਹੇ ਹੋਵੋਗੇ। ਜੋ ਸਾਈਕੋਲੋਜੀਕਲ ਹੁੰਦਾ ਉਹ ਕੀ ਹੁੰਦਾ, ਕਿਤੇ ਨਾ ਕਿਤੇ ਲੈਂਗੁਏਜ ਦੀ ਵੀ ਉਹਦੇ ਵਿੱਚ ਕਵਰ ਹੁੰਦੀ ਹੈ, ਠੀਕ ਹੈ। ਸੋਸ਼ਲ ਵੀ ਉਹਦੇ ਵਿੱਚ ਕਵਰ ਹੋ ਜਾਂਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਾਂ ਇਹ ਕਹਿ ਸਕਦੇ ਕਿ ਦੋਨਾਂ ਦੇ ਵਿੱਚੋਂ ਜ਼ਿਆਦਾ ਸਹੀ ਆਨਸਰ ਕਿਹੜਾ ਹੋਏਗਾ, ਥਰਡ ਆਪਸ਼ਨ ਹੋਏਗਾ, ਆਪਸ਼ਨ ਸੀ। ਉਮੀਦ ਹੈ ਇਹ ਚੀਜ਼ ਤੁਸੀਂ ਸਮਝ ਰਹੇ ਹੋਵੋਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਜੋ ਤੁਹਾਡਾ ਫੋਰਥ ਦਾ ਆਨਸਰ ਆਏਗਾ ਉਹ ਆਏਗਾ ਆਪਸ਼ਨ ਸੀ। ਨੈਕਸਟ ਜੋ ਹੈ ਆਪਣੇ ਕੋਲੇ ਫਿਫਥ ਕੀ ਹੈ ਆਪਣੇ ਕੋਲੇ, ਦ ਬੈਸਟ ਮੈਥਡ ਆਫ ਸਟੱਡੀ ਗਰੋਥ ਐਂਡ ਡਿਵੈਲਪਮੈਂਟ ਆਫ ਅ ਚਾਈਲਡ। ਇੱਕ ਬੱਚੇ ਦੇ ਸਟੱਡੀ ਗਰੋਥ ਲਈ ਜਾਂ ਫਿਰ ਉਹਦੇ ਵਿਕਾਸ ਲਈ ਕਿਹੜਾ ਸਭ ਤੋਂ ਵੱਧ ਬੈਸਟ ਮੈਥਡ ਹੋਏਗਾ। ਕੰਪੈਰੀਟਿਵ ਮੈਥਡ, ਕੰਪੇਅਰ ਕਰਕੇ, ਠੀਕ ਹੈ, ਜਾਂ ਫਿਰ ਸਟੈਟਿਕਲ ਮੈਥਡ, ਅੰਕੜਿਆਂ ਦੇ ਨਾਲ ਆਪਾਂ ਕਹਿ ਸਕਦੇ ਕਿ ਤੁਸੀਂ ਕਿੰਨੇ % ਮਾਰਕਸ, ਫੋਰ ਐਗਜ਼ਾਮਪਲ ਤੁਸੀਂ ਕਿੰਨੇ % ਮਾਰਕਸ ਲੈ ਰਹੇ ਹੋ ਤਾਂ ਤੁਹਾਡਾ ਉਹਨਾਂ % ਡਿਵੈਲਪਮੈਂਟ ਹੋ ਰਿਹਾ ਹੈ। ਸਟੈਟਿਕਲ ਮਤਲਬ ਕਿਤੇ ਨਾ ਕਿਤੇ ਅੰਕੜਿਆਂ ਨਾਲ ਰਿਲੇਟਡ। ਤਾਂ ਡਿਵੈਲਪਮੈਂਟ ਮੈਥਡਸ ਕੀ ਹੋ ਜਾਂਦਾ ਜੋ ਕਿ ਆਪਣਾ ਵਿਕਾਸਾਤਮਕ ਹੁੰਦਾ। ਤਾਂ ਬਿਲਕੁਲ ਜੋ ਬੈਸਟ ਆਪਸ਼ਨ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਹੈ, ਡਿਵੈਲਪਮੈਂਟ ਮੈਥਡ ਜੋ ਹੈ ਉਹ ਕੀ ਮੰਨਿਆ ਜਾਂਦਾ, ਬਿਲਕੁਲ ਬੈਸਟ ਮੈਥਡ ਮੰਨਿਆ ਜਾਂਦਾ ਫੋਰਵਰਡ ਡਿਵੈਲਪਮੈਂਟ ਐਂਡ ਸਟੱਡੀ ਗਰੋਥ ਦੇ ਲਈ, ਠੀਕ ਹੈ, ਤਾਂ ਕਿ ਬੱਚਿਆਂ ਦਾ ਵਿਕਾਸ ਵੀ ਹੋਵੇ। ਨੈਕਸਟ ਅਗਰ ਆਪਾਂ ਗੱਲ ਕਰੀਏ 6th ਜੋ ਹੈ ਕੁਐਸਚਨ ਆਪਣੇ ਕੋਲੇ, 6th ਕੁਐਸਚਨ ਦੇ ਵਿੱਚ ਕੀ ਹੈ, ਵਿਚ ਆਫ ਦ ਫੋਲੋਇੰਗ ਕਰੋਸਪੋਂਡਿੰਗ ਟੂ ਸਿਫੈਲੋਕਾਰਡਲ। ਹੁਣ ਆਪਾਂ ਪੜ੍ਹਿਆ ਸੀ ਕਿ ਸਿਫੈਲੋਕਾਰਡਲ ਕੀ ਹੁੰਦਾ ਔਰ ਪ੍ਰੋਕਸੀਮੋਡਲ ਕੀ ਹੁੰਦਾ, ਠੀਕ ਹੈ। ਸਿਫੈਲੋਕਾਰਡਲ ਤੇ ਪ੍ਰੋਕਸੀਮੋਡਲ ਦੋ ਆਪਾਂ ਪੜ੍ਹੇ ਸੀ ਤੇ ਦੋਨੋਂ ਡਿਟੇਲ ਦੇ ਵਿੱਚ ਕਰੇ ਸੀ, ਤਾਂ ਉਹਦੇ ਅਕੋਰਡਿੰਗ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਜੋ ਹੈ ਬਿਲਕੁਲ ਪਤਾ ਹੋਣਾ ਚਾਹੀਦਾ। ਬਟ ਆਪਾਂ ਦੇਖ ਲੈਂਦੇ ਹਾਂ ਉਹਦੇ ਆਪਸ਼ਨਸ ਕੀ ਨੇ ਕਿ ਜੋ ਸਿਫੈਲੋਕਾਰਡਲ ਹੈ ਉਹ ਕਿਸ ਤਰੀਕੇ ਦਾ ਡਿਵੈਲਪਮੈਂਟ ਹੁੰਦਾ। ਪਹਿਲੀ ਆਪਸ਼ਨ ਹੈ ਮਿਡਲ ਤੋਂ, ਆਪਾਂ ਮਤਲਬ ਫਸਟ ਆਪਸ਼ਨ ਦੇ ਅਕੋਰਡਿੰਗ ਆਪਾਂ ਕਹਿ ਸਕਦੇ ਕਿ ਮੱਧ ਤੋਂ ਲੈ ਕੇ ਬਾਹਰ ਵੱਲ, ਠੀਕ ਹੈ, ਆਪਾਂ ਇਹ ਚੀਜ਼ ਦੇਖੀ ਹੈ ਫਸਟ ਆਪਸ਼ਨ ਦੇ ਵਿੱਚ। ਸੈਕਿੰਡ ਆਪਸ਼ਨ ਦੇ ਵਿੱਚ ਆਪਾਂ ਕਹਿ ਰਹੇ ਹਾਂ
फुट तो लैके हैड तक मतलब पैर तो लैके सिर तक अपना विकास हुंदा है, ਜਾਂ फिर सिर तो लैके पैर तक अपना विकास हुंदा है, ਜਾਂ फिर इन्हां तिन्नां दे विचों कोई भी नहीं। ठीक है, हुण देखो सिफेलोकोडल जो है जिस दी यही गल कर रहा है, देखो फर्स्ट ऑप्शन कह रहा है कि मध्य तो लेके बाहर मतलब अपने इनर पार्ट्स आप गल कर रहे हैं जिवें बैकबोन स्पाइनल कोड राइट, तो इसकी गल हो रही है कि मध्य तो बाहर या फिर पेट तो बाहर। ठीक है, तो बाहर वाल नूं तो यही गल हो जाती है जी प्रॉक्सीमोडल की। सिफेलोकोडल नहीं कहता इस चीज़ नूं, यही जो डेवलपमेंट है किस टाइप के आता है प्रॉक्सीमोडल के आता है। सो फर्स्ट ऑप्शन तो अपने कोल की हो जाती है रोंग हो जाती है। ठीक है, जो फर्स्ट ऑप्शन है वो अपने कोल की हो जाती है रोंग हो जाती है। नैक्सट अगर आप गल करिए सैकेंड की, सैकेंड जो है अपने कोल डेवलपमेंट इज फुट टू हैड एंड हैड टू फुट। हुण इत्थे आपां ने कन्फ्यूज नहीं होना, फर्स्ट जो है वो की है फुट तो हैड तक मतलब पैर तो लैके अपने सिर तक विकास होंदा है, या फिर सिर तो लैके अपने पैर तक विकास होंदा है, वो चीज़ आपां इहदे विच देखनी है। तो बिल्कुल देखो जो अपना सिफेलोकोडल है, ਆਪਾਂ सिफेलोकोडल भी एक बारी साइड ते रखो, तुसी अपना थोड़ा जिहा माइंड चलाओ कि जो अपना विकास है वो किवें हुंदा है। आप पहला पैरों को संभाल के चलना शुरू करते हैं, जब अपने सर तो लैके गर्दन को संभाल के सिर नूं रेशो दे विच लिया के हौली हौली अपने हत्थां पैरों के नाल उस तो बाद बच्चे का डेवलपमेंट होंदे देखते हैं। बिल्कुल हैड टू फुट जो है अपना विकास होंदा है। तुसी देखो कि जो सब तो पहले की होंदा है बच्चा पहले बैठ नहीं पाता, अपना जो हैड है उसनूं जो बाकी बॉडी के कंपैरिजन थोड़ा जिहा आप कह सकते हैं कि जो आप छोटे बच्चे पकड़ते तो नीचे सिर के नीचे हाथ रखाया जाता क्योंकि उसका हैड जो है रेशो के नहीं होंदा। ठीक है, तो हौली हौली पहले वो अपनी गर्दन के उपर थोड़ा जिहा कंट्रोल आप कह सकते हैं कि अपने सिर नूं संभालना शुरू करता है। और जो बच्चा तुरन तो पहला की करता है आप ये कह सकते हैं कि अपने आर्म्स नूं मूव करना सीखता है। ठीक है, किसी चीज़ नूं पकड़ना किसी उसनूं आर्म्स की मूवमेंट आपां नूं उहदे विच देखण नूं मिलदी है। तो बिल्कुल सिर तो लैके पैर तक जो विकास है वो हुंदा है, ना कि पैर तो लैके सिर तक। तो सिफेलोकोडल की कहंदा है सिर तो पैर तक का विकास देखण नूं मिलदा है। सैवंथ जो क्वेश्चन है अगर आप उसकी गल करिए, विच वन ऑफ द फॉलोइंग इज एंड एग्जाम्पल ऑफ फाइन मोटर स्किल। तो फाइन मोटर स्किल की किहड़ी एग्जाम्पल होंदी है, देखो फाइन मोटर स्किल दे विच की हुंदा आपां दो पढ़े सी, फर्स्ट वन इज़ ग्रोस मोटर स्किल। ठीक है, सैकेंड वन इज़ फाइन मोटर स्किल। ठीक है, ग्रोस मोटर स्किल हो जाती हैं जिहड़ियां अपनियां लार्ज मसल्स होंदियां। ठीक है, जिवें कि अपनी आर्म्स हो गई, अपनी लैग्स हो गई, आप इन्हां नूं मूवमेंट करते हैं, जिवें कि इत्थे लिखा हुआ है क्लिंबिंग, होपिंग, रनिंग। देखो आपां नूं देख के पता लग रहा है कि ये तिन्ने किते ना किते एक दूजे नाल रिलेटेड ने, किवें क्योंकि तिन्ने वड्डियां मसल नाल होण वाली एक्टिविटीज़ ने, फुदकना हो गया, दौड़ना हो गया, या फिर होर एग्जाम्पल लै लो जंपिंग करना हो गया, ये सारे आप अपनी ग्रोस मोटर स्किल्स नाल सीख रहे हैं। ग्रोस मोटर स्किल मतलब जिहड़ियां अपनी वड्डियां मसल्स हो गई, बट इत्थे सिर्फ एक जो है वो यूनीक नज़र आ रही है विच इज़ राइटिंग। हुण राइटिंग की चीज़ हो जाती है, राइटिंग हो जाता लिखना। इन्हां तिन्नां दे विचों एक है जो छोटे मसल्स नूं यूज़ करके हो रहा है, मतलब जो आप लिखते हैं आप फिंगर्स नूं यूज़ करते हैं, अपनी छोटी मसल्स नूं यूज़ करते हैं, नाल नाल आप अपना आई हैंड कोऑर्डिनेशन बनाने हैं। तो इत्थे जो है अपना सही ऑप्शन होएगा वो की होएगा डी होएगा, क्योंकि इन्हां चारां दे विचों सिर्फ डी ही है जो की है आप कह सकते हैं फाइन मोटर स्किल है। फाइन मोटर स्किल का मतलब छोटी मसल्स नूं यूज़ करना, ग्रोस मोटर स्किल का मतलब आप जो अपने लार्ज मसल्स नूं यूज़ करते हैं। नैक्सट अगर आप गल करिए 8th क्वेश्चन, देखो ये सारा आप डिटेल दे विच करया होया। ठीक है, तो बिल्कुल उम्मीद है तुहाडा हाल तक बिल्कुल अच्छा जा रहा होएगा। इन विच स्टेज द फिजिकल ग्रोथ इज़ रैपिड। ठीक है, इन्हां दे विचों किहड़ी स्टेज है जिहदे विच फिजिकल ग्रोथ की हुंदी है रैपिड हुंदी है। रैपिड का मतलब किते ना किते तेज हुंदी है। ठीक है, अर्ली चाइल्डहुड, देखो पहले अर्ली चाइल्डहुड की उम्र लिख लैंने आप 2 ਤੋਂ 6 साल। 2 ਤੋਂ 6 साल ਦੇ ਵਿੱਚ ਬੱਚੇ ਦੀ जो ग्रोथ है वो तेज़ ਹੁੰਦੀ है, ਜਾਂ फिर आप ये कह सकते हैं कि बिल्कुल तेज़ नहीं ਹੁੰਦੀ, क्योंकि 2 ਤੋਂ 6 साल ਦੇ ਵਿੱਚ ਬੱਚੇ ਦੇ ਵਿੱਚ ਕਿੰਨਾ ਕੁ ਚੇਂਜ ਆਉਂਦਾ है। ਆਪਾਂ ਇਸ ਨੂੰ ਸਲੋ ਦੇ ਨਾਲ ਲਿਖਿਆ ਸੀ। ਸਲੋ ਦੇ ਨਾਲ ਦਾ ਮਤਲਬ ਕੀ ਹੋ ਗਿਆ ਕਿ ਉਸ ਦੇ ਵਿੱਚ ਜੋ ਫਿਜ਼ੀਕਲ ਗਰੋਥ ਹੈ 2 ਤੋਂ 6 आई मीन टू से 3 ਤੋਂ 6 की होंगी है स्लो होंगी है। ठीक है, नैक्सट अगर आप गल करिए सैकेंड अपने को है इन्फेंसी, तो बिल्कुल इन्फेंसी में देख लें। इन्फेंसी पीरियड का जो टाइम है वो कितना है जी 0 ਤੋਂ 2, मतलब अपनी उम्र के पहले 2 साल। तो देखो जो आप अपनी उम्र के पहले 2 साल देखते हैं, 2 सालों देखते हैं, तो उत्थे आप देख रहे हैं कि बहुत तेज़ी नाल अपने अंदर चेंजिस आते हैं। एक बच्चा है बिल्कुल छोटे तो लैके 2 साल की उम्र तक उसकी उम्र के आप कह सकते उसकी फिजिकल फिटनेस के बहुत ज़्यादा चेंजिस ने जोड़े तेज़ी नाल देखने को मिलते हैं। ठीक है, तो एक बार इसनूं आप रख लें। ठीक है, थर्ड वन है अडोलसेंस। अडोलसेंस देखो हुण इन्होंने क्वेश्चन की पूछा रैपिड, रैपिड मतलब तेज, किस उम्र के ग्रोथ है जी तेज होंगी है।
अगर आप अडोलसेंस की गल करिए मतलब 12 तो लेके 18 ਜਾਂ 19 साल तक ग्रोथ बड़ी तेज़ होंगी है, अपन पता है बहुत सारे चेंजिस आते हैं, वो की आते हैं अपन सडनली देखने को मिलते हैं। देयर इज़ अ डिफरेंस बिटवीन अगर अपन को सडन वर्ड यूज़ किया होंगे ना आप पक्का अडोलसेंस नाल जाते, बट इतने तेजी की गल की है, ठीक है जी। तो नैक्सट अपन को है स्कूल एज। स्कूल एज किहड़ी हुंदी है हुण इत्थे की हुंदा है अर्ली चाइल्डहुड, ठीक है। अपन लिखा हुआ है स्कूल एज दे विच इन्होंने की लिखा है लेटर चाइल्डहुड की गल की है, ठीक है। स्कूल एज का मतलब हो जाता है 6 तो 12 साल, मतलब लेटर चाइल्डहुड लिखने की बजाय स्कूल एज इतने वर्ड यूज़ किया गया फॉर कन्फ्यूजन, बट आप कन्फ्यूज होना नहीं, अपन पता है कि स्कूल एज किहड़ी हुंदी है तो 6 तो 12 साल तक की हुंदी है। 6 तो 12 साल तक भी अपन चेंजेस देखने को मिलते हैं, बट आप इत्थे देख पा रहे हैं कि सब तो जिहड़ा सूटेबल आंसर है वो किहड़ा है इन्फेंसी पीरियड है, क्योंकि पहले 2 सालों के विच आपां नूं जिन्ने चेंजेस देखने को मिलते हैं लाइक एकदम जे आप एकदम नहीं बोलांगे मतलब बहुत तेजी नाल अपने अंदर चेंजेस आते हैं। 2 साल के अंदर अंदर बच्चा बिल्कुल छोटे जे आप कह सकते हैं कि तुरना भी सीख लैंदा है, ठीक है। अपना आप कह सकते हैं कि मूवमेंट करना भी सीख लैंदा है, ठीक है, वो सारा कुछ। तो बिल्कुल इन्फेंसी पीरियड जो है वो आंसर रहेगा ऑप्शन बी। नैक्सट अगर आप गल करिए डेवलपमेंट इज़ नैवर एंडिंग प्रोसैस, ठीक है। एक ही है बिल्कुल कदे ना खत्म होने वाला प्रोसैस है। दिस आइडिया इज़ एसोसीएटेड विद दिस नूं आपां की कवांगे डेवलपमेंट है जोड़ा कदे खत्म नहीं होंदा। पहली ऑप्शन की है दी इंटर रिलेशन, इंटर रिलेशन तो कदे ना खत्म होना, तो मेरे ख्याल च दोनों विच कोई संबंध नहीं है, क्योंकि इंटर रिलेशन की चीज़ आ जाती है तो कदे ना खत्म। देखो कदे ना खत्म होना का की मतलब है भी लगातार चलता जा रहा है। आप मैं थोड़ा दसिया सी कि बूम टू टूम जो है अपना बूम टू टूम जो है अपना जो डेवलपमेंट है होंदा रहिंदा है, बिल्कुल भी नहीं रुकदा। जन्म तो लेके मौत तक आप जेकर सड़क पर भी जा रहे हैं तो भी कुछ ना कुछ सीखते ही हाँ, ठीक है। तो उस जगह पर आप कह सकते हैं कि प्रिंसीपल ऑफ कंटीन्यूटी जो है बिल्कुल अपना जो कह सकते हैं कि डेवलपमेंट है जोड़ा वो कभी खत्म नहीं होंदा। द प्रिंसीपल ऑफ कंटीन्यूटी जो है जिसका मतलब की है कि डेवलपमेंट इज़ नैवर एंडिंग प्रोसैस, मतलब विकास का कदे भी खत्म नहीं होंदा। जन्म तो लेके मौत तक आप कुछ ना कुछ लगातार मीनस कंटीन्यूसली, ठीक है, सीखते रहने हैं। नैक्सट अगर आप गल करिए ह्यूमन डेवलपमेंट इज़ प्रोडक्ट टू जॉइंट कंट्रीब्यूशन ऑफ बोथ। हुण देखो जो विकास है डेवलपमेंट है मैं तुहानूं दस्सिया सी कि किहदी प्रोडक्ट है हैरिडिटी इनटू इन्वायरमेंट, ठीक है। तो होर चीज़ों वाल जाने की तो लोड़ ही नहीं है, अपन क्लीयरली नज़र आ रहा है कि जो हैरिडिटी तो इन्वायरमेंट ने वो किहड़ा ऑप्शन है सी ऑप्शन है। बट स्टिल एक बार देख लैंदे बाकी ऑप्शनस नूं। पेरेंट्स एंड टीचर्स, देखो पेरेंट्स ते टीचर्स का रोल है अपने विकास दे विच बहुत इंपॉर्टेंट रोल है, ठीक है। बट ये नहीं कहा जा सकता कि जेकर पेरेंट्स या टीचर्स नहीं है तो आप कुछ सीख नहीं पावांगे, ठीक है। तो बहुत सारे बच्चे इदां दे होंदे ने जो शायद अपने फैमिली नाल नहीं रहंदे, उन्हां तो दूर रहंदे ने या फिर उन्हां नूं एजुकेशन भी नहीं मिलती, ठीक है। बट वो किते ना किते उन्हां दा विकास जरूर हो रहा हुंदा जेकर वो समाज दे विच रह रहे ने तां, ठीक है। साइकोलॉजिकल ते कल्चरल फैक्टर्स तो बिल्कुल कल्चरल फैक्टर्स इन्नी इंपॉर्टेंस नहीं रखते, नन ऑफ दिस भी नहीं आएगा। तो बिल्कुल जो डेवलपमेंट है वो किहदी प्रोडक्ट मन्निया जाता है हैरिडिटी एंड इन्वायरमेंट। हैरिडिटी जो आप अपने पेरेंट्स को क्वालिटीज़ या डिसक्वालिटीज़ लेने, इन्वायरमेंट जिस इन्वायरमेंट आप रह रहे हैं उस अकॉर्डिंग आप सीखते हैं। अगे आ जाता जी देयर आर इंडिविजुअल वेरिएशंस इन द रेशियो ऑफ मोटर डेवलपमेंट या सीक्वेंस ऑफ मोटर डेवलपमेंट इज। देखो जो अपने मोटर डेवलपमेंट है वो कित्थों कित्थे तक होंदी है। मोटर डेवलपमेंट की अगर आप गल करिए तो मोटर डेवलपमेंट किस तरीके नाल होंदी है। देखो पहली गल तो इन्होंने एवें किया है, इत्थे थोड़ा देख रहे हैं किस तरीके नाल क्वेश्चन है, ठीक है। हुण जिवें इन्होंने कहा कि मोटर डेवलपमेंट है वो कित्थों लैके कित्थे तक अपना विकास कित्थों शुरू होंदा ते कित्थे जाके खत्म हो जाता है। प्रोक्सी मॉडल ते सिफेलोकोडल नूं लै लैंदे आ। देखो प्रोक्सी मॉडल ते सिफेलोकोडल मैं तुहानूं दस्सिया सी प्रोक्सी मॉडल का विकास हो गया कि अंदर तो बाहर वाला जो विकास होंदा है। सिफेलोकोडल अपना सिर तो लैके पैरां तक जो विकास होंदा है उसनूं आपां सिफेलोकोडल बोलते हैं। पर कि इन्होंने दोनों का आपस दे विच कोई रिलेशन है, मैं एवें कह सकती हाँ कि पहला मेरा सिर्फ प्रोक्सी मॉडल होएगा फिर मेरा सिफेलोकोडल होएगा। जो तक मेरा अंदरला पूरा डेवलपमेंट नहीं हो जाता, ठीक है, उदों तक मतलब जो इनर पार्ट्स ने हार्ट स्पाइनल कोड बैकबोन उदों कोई विकास नहीं हो जाता, उदों तक मेरे बाहरी अंगों का कोई विकास नहीं होएगा। इज़ इट पॉसिबल। सो प्रोक्सी मॉडल तो सिफेलोकोडल का आपस दे विच कोई रिलेशन नहीं है, ठीक है, क्योंकि दोनों किते ना किते इकट्ठे काम करते हैं। जिवें जिवें बच्चा वधदा जांदे उवें उवें उसके इनर पार्ट्स भी ग्रो कर
ਕਰਦੇ ਨੇ ਉਵੇਂ ਉਵੇਂ ਉਸਦੇ ਆਊਟਰ ਪਾਰਟਸ ਵੀ ਗਰੋ ਕਰਦੇ ਨੇ। ਸੋ ਇਹ ਦੋਨੋਂ ਆਪਣਾ ਕੰਮ ਕਰਦੇ ਨੇ, ਬਟ ਇੱਕ ਦੂਜੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਪ੍ਰੋਕਸੀਮੋਡਲ ਹੁੰਦਾ ਜਾਂ ਸਿਫੈਲੋਕੋਡਲ ਹੁੰਦਾ, ਠੀਕ ਹੈ। ਤਾਂ ਦੇਖਿਆ ਜਾਵੇ ਇਸ ਅਕੋਰਡਿੰਗ ਜੇਕਰ ਆਪਾਂ ਦੇਖ ਰਹੇ ਹਾਂ ਤਾਂ ਜੋ ਏ ਔਰ ਡੀ ਆਪਸ਼ਨ ਹੈ ਇਹ ਦੋਨੇ ਬਿਲਕੁਲ ਹੀ ਆਪਾਂ ਕਹਿ ਸਕਦੇ ਹਾਂ ਕਿ ਸਹੀ ਨਹੀਂ ਬੈਠਦੇ ਇਸ ਕੁਐਸਚਨ ਦੇ ਲਈ, ਠੀਕ ਹੈ। ਦੂਸਰੀ ਗੱਲ ਆਪਾਂ ਇੱਥੇ ਦੇਖਦੇ ਹਾਂ, ਹੁਣ ਆਪਣੇ ਕੋਲ ਬਚ ਜਾਂਦਾ ਗ੍ਰੋਸ ਮੋਟਰ ਡਿਵੈਲਪਮੈਂਟ ਔਰ ਫਾਈਨ ਮੋਟਰ ਡਿਵੈਲਪਮੈਂਟ, ਜਾਂ ਫਿਰ ਪਹਿਲਾਂ ਫਾਈਨ ਹੋਏਗਾ ਜਾਂ ਗ੍ਰੋਸ ਹੋਏਗਾ, ਠੀਕ ਹੈ। ਇੱਥੇ ਮੋਟਰ ਡਿਵੈਲਪਮੈਂਟ ਦੀ ਗੱਲ ਕੀਤੀ ਸੀ, ਠੀਕ ਹੈ। ਤਾਂ ਪ੍ਰੋਕਸੀਮੋਡਲ ਸਿਫੈਲੋਕੋਡਲ, ਪਹਿਲੀ ਗੱਲ ਤਾਂ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਹੈ। ਆਪਣੇ ਦੋਨੋਂ ਜੋ ਡਿਵੈਲਪਮੈਂਟ ਨੇ ਟਾਈਮ ਟੂ ਟਾਈਮ ਸਹੀ ਤਰੀਕੇ ਨਾਲ ਹੁੰਦੇ ਰਹਿੰਦੇ ਨੇ, ਇੱਕ ਦੂਜੇ ਨਾਲ ਰਿਲੇਟਡ ਐਵੇਂ ਨਹੀਂ ਕਹਿ ਸਕਦੇ ਕਿ ਉਹ 'ਤੇ ਡਿਪੈਂਡ ਕਰਦਾ ਜਾਂ ਸਿਫੈਲੋਕੋਡਲ ਪ੍ਰੋਕਸੀਮੋਡਲ 'ਤੇ ਡਿਪੈਂਡ ਕਰਦਾ, ਤਾਂ ਇਹ ਚੀਜ਼ ਨਹੀਂ ਹੈ, ਠੀਕ ਹੈ। ਸਟਾਰਟਿੰਗ ਐਂਡਿੰਗ ਨਹੀਂ ਹੁੰਦੀ ਇਹਨਾਂ ਵਿੱਚ। ਸੋ ਫਸਟ ਔਰ ਲਾਸਟ ਆਪਸ਼ਨ ਆਪਣੇ ਕੋਲ ਇਲੀਮੀਨੇਟ ਇੱਥੇ ਹੀ ਹੋ ਜਾਂਦੇ ਨੇ। ਦੂਜੀ ਗੱਲ, ਇਹ ਮੋਟਰ ਡਿਵੈਲਪਮੈਂਟ ਦਾ ਪਾਰਟ ਨਹੀਂ ਨੇ, ਪ੍ਰੋਕਸੀਮੋਡਲ ਅਤੇ ਸਿਫੈਲੋਕੋਡਲ ਮੋਟਰ ਡਿਵੈਲਪਮੈਂਟ ਦਾ ਪਾਰਟ ਨਹੀਂ ਹਨ। ਚਲੋ ਇੱਥੇ ਕੰਪਲੀਟ ਹੋਇਆ। ਨੈਕਸਟ ਅਗਰ ਆਪਾਂ ਗੱਲ ਕਰੀਏ ਅਗਲੇ ਦੋ ਆਪਸ਼ਨਸ ਦੀ, ਜੋ ਕੀ ਹੈ ਗ੍ਰੋਸ ਮੋਟਰ ਅਤੇ ਫਾਈਨ ਮੋਟਰ। ਹੁਣ ਜੇਕਰ ਆਪਾਂ ਨੂੰ ਪਤਾ ਲੱਗ ਜਾਏ ਕਿ ਆਪਣਾ ਜੋ ਡਿਵੈਲਪਮੈਂਟ ਹੈ ਪਹਿਲਾਂ ਗ੍ਰੋਸ ਦਾ ਹੁੰਦਾ ਜਾਂ ਫਾਈਨ ਦਾ ਹੁੰਦਾ, ਆਪਣੇ ਕੋਲ ਆਨਸਰ ਹੋ ਜਾਏਗਾ, ਠੀਕ ਹੈ। ਹੁਣ ਗ੍ਰੋਸ ਮੋਟਰ ਅਤੇ ਫਾਈਨ ਮੋਟਰ ਦੇ ਵਿੱਚ ਦੇਖ ਲੈਂਦੇ ਹਾਂ। ਦੇਖੋ ਜੋ ਗ੍ਰੋਸ ਮੋਟਰ ਡਿਵੈਲਪਮੈਂਟ ਹੁੰਦਾ ਉਹ ਮੈਂ ਤੁਹਾਨੂੰ ਹੁਣੀ ਜੋ ਪ੍ਰੀਵੀਅਸ ਕੁਐਸਚਨ ਕੀਤਾ ਆਪਾਂ ਉਹਦੇ ਵਿੱਚ ਦੱਸਿਆ ਸੀ ਕਿ ਜੋ ਆਪਣੇ ਬੜੀਆਂ ਮਸਲਸ ਹੁੰਦੀਆਂ ਨੇ ਉਸਦਾ ਡਿਵੈਲਪਮੈਂਟ ਹੁੰਦਾ, ਉਸਨੂੰ ਆਪਾਂ ਗ੍ਰੋਸ ਮੋਟਰ ਬੋਲਦੇ ਹਾਂ। ਫੋਰ ਐਗਜ਼ਾਮਪਲ ਜੰਪਿੰਗ ਕਰਨਾ, ਰਨਿੰਗ ਕਰਨਾ, ਰਾਈਟ। ਔਰ ਜੋ ਫਾਈਨ ਦੇ ਵਿੱਚ ਆ ਜਾਂਦਾ ਉਹ ਹੁੰਦੇ ਛੋਟੇ ਮਸਲਸ ਹੋ ਗਏ, ਜਿਵੇਂ ਡਰਾਇੰਗ ਕਰਨਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਰਾਈਟਿੰਗ ਕਰਨਾ, ਕੋਆਰਡੀਨੇਸ਼ਨ ਬਣਾਉਣਾ, ਇਹ ਸਾਰੀਆਂ ਚੀਜ਼ਾਂ। ਤੇ ਤੁਸੀਂ ਆਪਣਾ ਥੋੜ੍ਹਾ ਜਿਹਾ ਸੋਚ ਕੇ ਦੇਖੋ ਕਿ ਪਹਿਲਾਂ ਕੀ ਹੋਏਗਾ, ਵੱਡੀਆਂ ਮਸਲਸ ਦਾ ਵਿਕਾਸ ਹੋਏਗਾ ਜਾਂ ਫਿਰ ਛੋਟੀਆਂ ਮਸਲਸ ਦਾ ਹੋਏਗਾ, ਠੀਕ ਹੈ। ਆਪਾਂ ਬੱਚਾ ਹਮੇਸ਼ਾ ਪਹਿਲਾਂ ਤੁਰਨਾ ਸਿੱਖਦਾ ਹੈ, ਆਪਣੀ ਆਰਮਸ ਨੂੰ ਮੂਵ ਕਰਨਾ ਸਿੱਖਦਾ ਹੈ, ਉਸ ਤੋਂ ਬਾਅਦ ਹੀ ਉਹ ਲਿਖਣਾ ਸਿੱਖੇਗਾ ਨਾ। ਅਗਰ ਉਸਦੀਆਂ ਆਰਮ ਹਾਲੇ ਉਹ ਇੰਨਾ ਕੈਪੇਬਲ ਨਹੀਂ ਹੈ, ਇੰਨਾ ਕੁ ਜ਼ਿਆਦਾ ਛੋਟਾ ਹੈ ਕਿ ਆਪਣੀ ਆਰਮ ਨੂੰ ਵੀ ਮੂਵ ਨਹੀਂ ਕਰ ਪਾਉਂਦਾ, ਤਾਂ ਕੀ ਉਹ ਲਿਖਣਾ ਸਿੱਖ ਪਾਏਗਾ? ਪੋਸੀਬਲ ਨਹੀਂ ਹੈ। ਤਾਂ ਪਹਿਲਾਂ ਕੀ ਹੁੰਦਾ ਗ੍ਰੋਸ ਮੋਟਰ ਦਾ ਹੁੰਦਾ ਵਿਕਾਸ, ਉਸ ਤੋਂ ਬਾਅਦ ਕੀ ਹੁੰਦਾ ਫਾਈਨ ਮੋਟਰ ਦਾ, ਮਤਲਬ ਵੱਡੀਆਂ ਮਸਲਸ ਤੋਂ ਆਪਾਂ ਛੋਟੀਆਂ ਮਸਲਸ ਵੱਲ ਜਾਂਦੇ ਹਾਂ। ਤਾਂ ਬਿਲਕੁਲ ਇਸ ਦਾ ਜੋ ਰਾਈਟ ਆਪਸ਼ਨ ਹੈ ਉਹ ਕੀ ਹੋਏਗਾ, ਗ੍ਰੋਸ ਟੂ ਫਾਈਨ ਹੋਏਗਾ। ਗ੍ਰੋਸ ਟੂ ਫਾਈਨ ਦਾ ਮਤਲਬ ਜੋ ਆਪਸ਼ਨ ਬੀ ਹੈ ਉਹ ਆਪਣਾ ਇੱਥੇ ਕੀ ਹੋਏਗਾ, ਰਾਈਟ ਆਪਸ਼ਨ ਹੋਏਗਾ। ਕਲੀਅਰ। ਚਲੋ ਅੱਗੇ ਵਧਦੇ ਹਾਂ। ਏਜ ਆਫ ਪਾਵਰਟੀ, ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੋ ਕੁਐਸਚਨਸ ਨੇ ਕੁਛ ਇਸ ਤਰੀਕੇ ਨਾਲ ਬਣ ਜਾਂਦੇ ਨੇ। ਹੁਣ ਜਿਵੇਂ ਜਿਨ੍ਹਾਂ ਬੱਚਿਆਂ ਨੇ ਸਟੱਡੀ ਕੀਤੀ ਹੈ ਉਹ ਇਸ ਕੁਐਸਚਨ ਨੂੰ ਬੜੀ ਈਜ਼ੀਲੀ ਕਰ ਲੈਣਗੇ, ਬਟ ਜਿਨ੍ਹਾਂ ਨੇ ਨਹੀਂ ਕੀਤੀ ਤਾਂ ਉਹ ਕਨਫਿਊਜ਼ ਹੋ ਜਾਣਗੇ ਕਿ ਪਾਵਰਟੀ ਕੀ ਹੈ, ਠੀਕ ਹੈ। ਤਾਂ ਏਜ ਆਫ ਪਾਵਰਟੀ ਕੀ ਹੁੰਦੀ ਹੈ ਜੀ, ਕਿਸ਼ੋਰ ਅਵਸਥਾ ਹੁੰਦੀ ਹੈ। ਕਿਸ਼ੋਰ ਅਵਸਥਾ ਇਹ ਗੱਲ ਕਿਹਨਾਂ ਦੇ ਅਕੋਰਡਿੰਗ ਸੀ, ਈ.ਬੀ. ਹੋਲੁਕ ਦੇ ਅਕੋਰਡਿੰਗ ਸੀ। ਤਾਂ ਇਹ ਚੀਜ਼ ਵੀ ਯਾਦ ਰੱਖਿਓ ਕਿ ਕਿਹਨਾਂ ਦੇ ਅਕੋਰਡਿੰਗ ਹੋ ਸਕਦਾ, ਬਾਈ ਨੇਮ ਆ ਜਾਏ ਜਾਂ ਹੋ ਸਕਦਾ ਇਹ ਕੁਐਸਚਨ ਆ ਜਾਏ ਕਿ ਏਜ ਆਫ ਪਾਵਰਟੀ ਕਿਸ਼ੋਰ ਅਵਸਥਾ ਹੈ, ਪਰ ਕਿਹਨਾਂ ਦੇ ਅਕੋਰਡਿੰਗ ਹੈ। ਚਾਰ ਤੁਹਾਨੂੰ ਸਾਈਕੋਲੋਜਿਸਟ ਦੇ ਨਾਮ ਦੇ ਦੇਣ ਤਾਂ ਉੱਥੇ ਤੁਸੀਂ ਆਪਣੇ ਮਾਈਂਡ ਨੂੰ ਆਪਣੀ ਮਤਲਬ ਯਾਦ ਰੱਖਣਾ ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਹ ਆਪਸ਼ਨ ਹੋਏਗਾ ਇਹਦਾ ਕਿਸ਼ੋਰ ਅਵਸਥਾ। ਏਜ ਆਫ ਬਿਊਟੀ, ਦੇਖੋ ਏਜ ਆਫ ਬਿਊਟੀ ਕਿਸ ਨੂੰ ਕਿਹਾ ਜਾਂਦਾ ਹੈ? ਏਜ ਆਫ ਬਿਊਟੀ ਮਤਲਬ ਸੁੰਦਰਤਾ ਦੀ ਆਪਾਂ ਕਹਿ ਸਕਦੇ ਹਾਂ ਸਮਾਂ। ਕਿਸ਼ੋਰ ਅਵਸਥਾ ਨੂੰ ਕਿਹਾ ਜਾਂਦਾ ਬਿਲਕੁਲ ਜੋ ਇਹ ਆਪਸ਼ਨ ਹੈ ਇੱਥੇ ਰਾਈਟ ਹੈ, ਕਿਉਂਕਿ ਦੇਖੋ ਇਨਫੈਂਸੀ ਪੀਰੀਅਡ ਨੂੰ ਆਪਾਂ ਏਜ ਆਫ ਬਿਊਟੀ ਨਹੀਂ ਕਹਿੰਦੇ, ਉਸਨੂੰ ਆਪਾਂ ਏਜ ਆਫ ਅਟਰੈਕਸ਼ਨ ਬੋਲ ਸਕਦੇ ਹਾਂ, ਠੀਕ ਹੈ। ਬੱਚੇ ਹਰ ਇੱਕ ਚੀਜ਼ ਨੂੰ ਅਟਰੈਕਟ ਕਰਦੇ ਨੇ, ਸਭ ਨੂੰ ਆਪਣੇ ਵੱਲ ਅਟਰੈਕਟ ਕਰਦੇ ਨੇ, ਠੀਕ ਹੈ। ਚਾਈਲਡਹੁੱਡ ਨੂੰ ਤਾਂ ਏਜ ਆਫ ਆਪਾਂ ਬਿਊਟੀ ਨਹੀਂ ਬੋਲ ਸਕਦੇ, ਕਿਉਂਕਿ ਚਾਈਲਡਹੁੱਡ ਨੂੰ ਏਜ ਆਫ ਡਰਟੀ ਏਜ ਵੀ ਬੋਲਿਆ ਜਾਂਦਾ, ਕਿਉਂਕਿ ਉੱਥੇ ਬੱਚਿਆਂ ਦੇ ਦੰਦ ਗਿਰ ਜਾਣਾ ਜਾਂ ਫਿਰ ਮਿੱਟੀ ਦੇ ਵਿੱਚ ਖੇਲਦੇ ਰਹਿੰਦੇ ਨੇ ਜਾਂ ਫਿਰ ਸਾਰਾ ਦਿਨ ਬਾਹਰ ਰਹਿੰਦੇ ਨੇ, ਤਾਂ ਥੋੜ੍ਹਾ ਆਪਣੇ ਵੱਲ ਧਿਆਨ ਘੱਟ ਹੀ ਦਿੰਦੇ ਨੇ। ਨਨ ਆਫ ਅਬਵ ਬਤਾਏਗਾ ਨਹੀਂ। ਤਾਂ ਕਿਸ਼ੋਰ ਅਵਸਥਾ ਦੇ ਵਿੱਚ ਕੀ ਹੁੰਦਾ, ਏਜ ਆਫ ਬਿਊਟੀ ਇਸ ਲਈ ਕਿਹਾ ਜਾਂਦਾ ਕਿ ਸਭ ਨੂੰ ਇਸ ਤਰੀਕੇ ਆਪਣੇ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ, ਠੀਕ ਹੈ। ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੇ ਆਪ ਨੂੰ ਸੰਵਾਰਨਾ, ਤਾਂ ਇਹ ਸਾਰੀਆਂ ਚੀਜ਼ਾਂ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਨੇ ਟੀਨ ਏਜ ਦੇ ਵਿੱਚ, ਠੀਕ ਹੈ। ਇਸ ਲਈ ਇਸਨੂੰ ਏਜ ਆਫ ਬਿਊਟੀ ਵੀ ਕਿਹਾ ਜਾਂਦਾ ਹੈ। ਤਾਂ ਰਾਈਟ ਆਪਸ਼ਨ ਕਿਹੜਾ ਹੋਏਗਾ, ਇਹ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣੀ ਮੈਂ ਤੁਹਾਨੂੰ ਦੱਸਿਆ ਕਿ ਡਰਟੀ ਏਜ ਕਿਸ ਨੂੰ ਕਿਹਾ ਜਾਂਦਾ ਹੈ, ਚਾਈਲਡਹੁੱਡ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਕਹੋਗੇ ਕਿ ਫਰਸਟ ਆਪਸ਼ਨ ਗਿਆ, ਸੈਕਿੰਡ ਆਪਸ਼ਨ ਗਿਆ, ਪਰ ਇੱਥੇ ਆਪਣੇ ਕੋਲ ਦੋ ਤਰ੍ਹਾਂ ਦੇ ਨੇ, ਅਰਲੀ ਚਾਈਲਡਹੁੱਡ ਐਂਡ ਲੇਟਰ ਚਾਈਲਡਹੁੱਡ। ਹੁਣ ਡਰਟੀ ਏਜ ਕਿਸ ਚਾਈਲਡਹੁੱਡ ਨੂੰ ਕਿਹਾ ਜਾਂਦਾ ਹੈ, ਅਰਲੀ ਨੂੰ ਜਾਂ ਲੇਟਰ ਨੂੰ? ਦੇਖੋ ਜੋ ਅਰਲੀ ਏਜ ਹੁੰਦੀ ਹੈ ਉਹ ਕੀ ਹੁੰਦੀ ਹੈ, 2 ਤੋਂ 6 ਸਾਲ ਤੱਕ ਦੀ ਹੁੰਦੀ ਹੈ, ਔਰ ਜੋ ਲੇਟਰ ਚਾਈਲਡਹੁੱਡ ਹੁੰਦੀ ਹੈ ਉਹ ਕੀ ਹੁੰਦੀ ਹੈ, 6 ਤੋਂ 12 ਸਾਲ ਤੱਕ ਦੀ ਹੁੰਦੀ ਹੈ, ਠੀਕ ਹੈ ਜੀ। ਤਾਂ ਡਰਟੀ ਏਜ ਦੇ ਵਿੱਚ ਕੀ ਚੀਜ਼ ਆ ਜਾਂਦੀ ਹੈ, ਡਰਟੀ ਏਜ ਦੇਖੋ 6 ਤੋਂ 12 ਸਾਲ ਤੱਕ ਦਾ ਬੱਚਾ ਇੰਨਾ ਕੁ ਤਾਂ ਸਿਆਣਾ ਹੁੰਦਾ ਕਿ ਆਪਣੀ ਜੋ ਕਹਿ ਸਕੇ ਆਪਣੇ ਆਪ ਦਾ ਧਿਆਨ ਰੱਖ ਸਕੇ, ਜਿਵੇਂ ਆਪਣੀ ਸਰੀਰਕ ਸਫਾਈ ਦਾ ਧਿਆਨ ਰੱਖ ਸਕੇ, ਨਹਾਉਣਾ ਧੋਣਾ, ਇਹ ਸਾਰਾ ਕੁਛ ਉਸਨੂੰ ਪਤਾ ਹੁੰਦਾ ਹੈ, ਠੀਕ ਹੈ। ਇੰਨਾ ਕੁ ਵੱਡਾ ਤਾਂ ਉਹ ਹੁੰਦਾ। ਬਟ 2 ਤੋਂ 6 ਸਾਲ ਤੱਕ ਦੇ ਬੱਚੇ ਨੂੰ ਖੇਲਣ ਦਾ ਜ਼ਿਆਦਾ ਹੁੰਦਾ, ਬਟ ਆਪਣੇ ਆਪ ਦੇ ਉੱਪਰ ਧਿਆਨ ਕਿਸ ਤਰੀਕੇ ਨਾਲ ਰੱਖਣਾ ਉਸ ਵੱਲ ਉਸਦਾ ਧਿਆਨ ਨਹੀਂ ਹੁੰਦਾ, ਠੀਕ ਹੈ। ਔਰ ਜੇਕਰ ਆਪਾਂ ਦੇਖੀਏ ਦੰਦਾਂ ਦਾ ਟੁੱਟਣਾ ਵਗੈਰਾ, ਠੀਕ ਹੈ, ਦੁੱਧ ਦੇ ਦੰਦ ਜਿਹਨੂੰ ਆਪਾਂ ਬੋਲਦੇ ਨੇ ਕਿ ਟੁੱਟ ਕੇ ਨਵੇਂ ਪਰਮਾਨੈਂਟ ਟੀਥ ਆ ਜਾਂਦੇ ਨੇ, ਠੀਕ ਹੈ। ਉਹ ਸਾਰਾ ਕੁਛ ਵੀ ਕਿਸ ਉਮਰ ਦੇ ਵਿੱਚ ਹੁੰਦਾ, 2 ਤੋਂ 6 ਸਾਲ ਤੱਕ ਦੀ ਉਮਰ ਦੇ ਵਿੱਚ ਹੁੰਦਾ, ਜਿਹਦੇ ਕਰਕੇ ਉਹਨਾਂ ਦੀ ਜੋ ਲੁੱਕ ਹੈ ਉਹ ਥੋੜ੍ਹੀ ਬਹੁਤੀ ਆਪਾਂ ਇਸ ਨੂੰ ਡਰਟੀ ਏਜ ਦੇ ਨਾਮ ਨਾਲ ਵੀ ਜਾਣਦੇ ਹਾਂ। ਤਾਂ ਬਿਲਕੁਲ ਜੋ ਰਾਈਟ ਆਪਸ਼ਨ ਹੋਏਗਾ ਉਹ ਕੀ ਹੋਏਗਾ, ਇੱਥੇ ਵੈਸੇ ਮੈंने ਸੈਕਿੰਡ ਲਿਖਿਆ ਹੋਇਆ,
ठीक है। तो बी ऑप्शन हो जाता है। ध्यान नाल देखो इत्थे नंबरिंग दे विच थोड़ा बहुत है। सैकेंड ऑप्शन है अर्ली चाइल्डहुड। अर्ली चाइल्डहुड मतलब की हो जाएगा जी 2 ਤੋਂ 6 साल तक का जो बच्चा है उसनू डर्टी एज के नाल भी मतलब उस एज नू डर्टी एज भी कहा जाता है। नैक्सट अगर आप गल करिए 15th क्वेश्चन है कि इन्हां दे विचों द चेंज इन द क्वालिटी करैक्टर ऑफ अ चाइल्ड, ठीक है। कहते इन्हां चारां दे विचों की चीज़ है जो बच्चे दे करैक्टर दे विच चेंज लिया सकती है। हुण फर्स्ट अगर आप देखिए ग्रोथ, बच्चे दे करैक्टर दे विच ग्रोथ चेंज लिया सकती है, ठीक है। बच्चा छोटा सी, ठीक है, उसका जो करैक्टर फॉर एग्जाम्पल मान लो बहुत गुस्से वाला सी, ठीक है, 4 साल की उम्र के छोटा जिहा है तो वो बहुत गुस्से वाला है। बट जो हुण बड़ा हो गया उसकी हाइट वध गई, वो थोड़ा फिजिकली फिट हो गया, कि 100% श्योर हो कि जगह उसकी ग्रोथ वधी है, उसका फिजिकल फिटनेस चेंज होया है, आप कह सकते हैं कि उसकी हाइट वधी है तो उसका नेचर या फिर उसका करैक्टर भी चेंज होया होएगा, ठीक है, जरूरी नहीं है। नैक्सट अगर आप गल करिए डेवलपमेंट, बिल्कुल जो डेवलपमेंट है इसलिए बिल्कुल सूटेबल आंसर है। जिस तरीके का उसका विकास होया होएगा, विकास आई मीन टू से जिस तरीके की उसकी हैरिडिटी होएगी, जिस तरीके का उसका इन्वायरमेंट होएगा उस अकॉर्डिंग जो उसका आप कह सकते हैं कि विकास है वो हुंदा है, ठीक है। तो विकास किते ना किते डिपेंड कर जाता एक बच्चे का करैक्टर उसके विकास के उपर कि किस सोसाइटी के विच किस इन्वायरमेंट के विच रह रहा, उस अकॉर्डिंग उसका विकास होएगा, किस तरीके की उसकी हैरिडिटी है, ठीक है, वो सारा कुछ। लर्निंग सीखेगा, सीखने नाल उसदे विच चेंजिस आप देख सकते हैं, बट हो सकता है लर्निंग बैड होवे। लर्निंग बैड तो मेरा मतलब की है, फॉर एग्जाम्पल एक बच्चा आप किसी चोर नूं चोरी करते देख रहा है तो उत्थे उसकी लर्निंग हो रही है पर बैड हो रही है, ठीक है। तो करैक्टर्स दे विच इन्वायरमेंट जो है बिल्कुल कल्ला इन्वायरमेंट जो कल्ली लर्निंग इफैक्ट नहीं करते, कल्ली ग्रोथ इफैक्ट नहीं करती। जेकर आप थोड़ा जिहा ध्यान नाल देखिए तो किते ना किते डेवलपमेंट है उसदे विच लर्निंग भी आ जाती है, इन्वायरमेंट भी आ जाता है और ग्रोथ भी आ जाता है, इफैक्ट हो जाते हैं। बट जो तिन्ना जो सूटेबल है वो की चीज़ होंगी है डेवलपमेंट है, क्योंकि तिन्ने ये की ने कंसीडर ने। नैक्सट अगर आप गल करिए इस तो बाद 16th जो क्वेश्चन है, इन विच ऑफ द फॉलोइंग आप कह सकते हैं स्टेजिस द चाइल्ड लुक सैल्फ सेंटर्ड। सैल्फ सेंटर्ड का मतलब हो जाता है कि अपने वाल उसका मतलब हर एक चीज़ मैं ईगोसैंट्रिक भी जिसनों कहा जाता है, ठीक है। तो वो किहड़ी हुंदी है इन्फेंसी, ठीक है, 0 ਤੋਂ 2 साल तक के बच्चे नूं नहीं आप कहांगे सैल्फ सेंटर्ड, ठीक है। अडोलसेंस, अडोलसेंस तो बिल्कुल ही नहीं, अडोलसेंस सैल्फ सेंटर्ड नहीं हुंदी, सैल्फ आइडेंटिफाई करता है बच्चा अपने आप नूं, कुछ अपने आप नूं जानने की कोशिश करता है, कुछ बनने की कोशिश करता है, तो सैल्फ सेंटर्ड नहीं होएगी, ठीक है। अडल्टहुड तो बिल्कुल मच्योर हो जाता है पर्सन, तो शायद अपने वाल सोसाइटी लिए वो आप कह सकते कि रहना ज़्यादा शुरू कर देंगे। अर्ली चाइल्डहुड होंगे जी सैल्फ सेंटर्ड। सैल्फ सेंटर्ड मतलब उसनों अपने तक थोड़ा ज़्यादा होंगे, अपने तक मतलब आप कह सकते हैं कि हर एक चीज़ के विच आप देखते हैं कि अगर 2 ਤੋਂ 6 साल तक का बच्चा है, ठीक है, उसनों इदा होंगे कि हाँ मतलब ये चीज़ मेरी है तो मेरी है, ठीक है, कुछ इस तरीके नाल। तो सैल्फ सेंटर्ड होंगे, अपने बारे थोड़ा ज़्यादा सोचता है, ठीक है। ईगोसैंट्रिक आप बोल सकते हैं। तो बिल्कुल जो ऑप्शन बी है, ऑप्शन बी आई मीन टू से अर्ली चाइल्डहुड इज़ द राइट ऑप्शन फॉर दिस। क्लीयर। ईगोसैंट्रिक पियाजे के अकॉर्डिंग जो स्टेजिस दित्तियां गई सी उसके विच जो अर्ली चाइल्डहुड है उसनों ईगोसैंट्रिक एज कहा जाता है। जो पियाजे दी स्टेजिस करांगे, पियाजे भी बहुत इंपोर्टेंट नाम है CDP दे विच, तो देखांगे उदों डिटेल दे विच। नैक्सट अगर आप गल करिए जन्म के समय बालक रोंदा है, इंपोर्टेंट क्वेश्चन आया होया प्रीवियस दे विच, देख लैंदे आ। तो जन्म के समय बच्चा रोंदा है, क्यों रोंदा है? डरदा है इसलिए, अपने वातावरण के विच उसनूं चेंजिस नज़र आते हैं इसलिए, दर्द के कारण या भुख के कारण। देखो एकदम उस इन्वायरमेंट के जो चेंज है वो देखने मिलता है, ठीक है। जन्म के समय तो मेरा मतलब पहला अपने आप कह सकते हैं गर्भ अवस्था के उस तो बाद जो उसका इन्वायरमेंट चेंज होंदा है, ठीक है, वो आप कह सकते हैं कि सोसाइटी के आता है किते ना किते इसका इन्वायरमेंट एकदम चेंज हो जाता है, जिहदे करके तब बिल्कुल जन्म के समय जो बालक रोंदा है उसका बिल्कुल आप कह सकते हैं जो सही आंसर है वो की है बी, कि उसके इन्वायरमेंट के एकदम जो उसनूं चेंजिस जो ने वो देखने मिलते हैं। नैक्सट अगर आप गल करिए इस तो अगला जो क्वेश्चन है, विकास केड़ा परिवर्तन है? विकास केड़ा परिवर्तन है? रचनात्मक, नकारात्मक, ठीक है जी, गुणात्मक या फिर सारे। तो इत्थे बिल्कुल ही आप देख पा रहे हैं रचनात्मक, नकारात्मक, गुणात्मक। रचनात्मक विकास आई डोंट थिंक सो कि रचनात्मक या फिर नकारात्मक, ठीक है, नकारात्मकता नहीं होएगा, ठीक है। और जेकर नकारात्मक नहीं है तो सारी ऑप्शन भी की हो जाता है, ऑबवियसली इलिमिनेट हो जाता है, ठीक है। हुण रचनात्मक ते गुणात्मक दे विचों ज़्यादा सूटेबल मैनूं तो जी गुणात्मक लग रहा। हुण तुसीं आप सोचो जो विकास है वह क्वालिटेटिव भी हुंदा और क्वांटिटेटिव भी हुंदा, बट रचनात्मक वर्ड आपां देखे ही नहीं, पढ़े ही नहीं, तो बिल्कुल जो राइट ऑप्शन है वो की हैगी रचनात्मक है, मतलब ऑप्शन सी जो है वो
सॉरी ऑप्शन सी मतलब गुणात्मक जो है राइट ऑप्शन है। देखो विकास की होंगे गुणात्मक होंगे, गुणात्मक का मतलब की होंगे, मतलब आप कह सकते हैं कि जो अपनी क्वालिटीज़ के विच चेंज आता है, जिस तरीके से आप इन्वायरमेंट के विच रह रहे हैं, अपनी हैरिडिटी है आप सीख रहे हैं, वो अपनी क्वालिटीज़ के विच तो चेंज आएगा ना, तो वो की होएगा गुणात्मक होएगा। तो बिल्कुल इन्होंने तिनों के विच जो राइट ऑप्शन है वो की है ऑप्शन सी विच इज़ गुणात्मक। ठीक है, नैक्सट अगर आप गल करिए द डेवलपमेंट दैट प्रोसीड फ्रॉम सेंटर, मतलब वही चीज़ आ गई। देखो तो हुण तुहानूं क्लीयरली पता होएगा कि जो सेंटर तो लेके बाहर वाल दा जो विकास हुंदा है जी वो केड़ा हुंदा है। ठीक है, सिफेलोकोडल तो नहीं होएगा क्योंकि इन्नी क बार मैं रिपीट कर चुकी है चीज़, हुण तक तुहाडे पूरे माइंड दे विच सैट हो गई होएगी कि जो सिफेलोकोडल है वो तो नहीं हुंदा। क्यों नहीं हुंदा? क्योंकि आप कह सकते हैं कि सिफेलोकोडल हुंदा सिर तो लैके पैर तक का। ठीक है, अंदर तो बाहर तक का केड़ा हुंदा जी? सी ऑप्शन आएगा विच इज़ प्रॉक्सी मॉडल। ठीक है, लीनियर डेवलपमेंट, स्पायरल डेवलपमेंट, स्पायरल हो जाता है कि किसी चीज़ में इस तरीके नाल, लीनियर यही चीज़ आ जाती है। स्पायरल मतलब बार बार हुण जिवें इन्ना क सीख लिया फिर वापस जाओ, ठीक है, दोबारा रिपीट करके थोड़ा होर अगे सीखो, दोबारा रिपीट करके थोड़ा होर, ये जोड़ा अपना देखने को मिलता स्पायरल के विच हुंदे। बट स्टिल इदा का कुछ आप नहीं स्टडी किया डेवलपमेंट के विच, सिर्फ प्रॉक्सी मॉडल ते सिफेलोकोडल की गल हुई सी। सिफेलोकोडल हुंदे सिर तो पैर तक, ठीक है जी, और प्रॉक्सी मॉडल अपने को आ जाता अंदर तो बाहर तक। तो बिल्कुल सेंटर टू प्रीफेरी का मतलब की हो जाता अंदर तो बाहर, मतलब प्रॉक्सी मॉडल डेवलपमेंट। सो राइट ऑप्शन इज सी। ठीक है, नैक्सट जो क्वेश्चन है वो इत्थे देख लेने आप, बालक किस स्टेज विच इंडक्टिव थिंकिंग लगानी शुरू कर दिंदा। वेरी वेरी इंपॉर्टेंट क्वेश्चन कि किस स्टेज दे विच इंडक्टिव थिंकिंग या डिडक्टिव थिंकिंग लगानी शुरू कर दिंदा है। तो सब तो पहला तो ऑप्शन देख लेने, इन्फेंसी पीरियड दे विच, लेटर चाइल्डहुड दे विच, चाइल्डहुड दे विच, लेट अर्ली चाइल्डहुड दे विच, या फिर अडोलसेंस दे विच। आपां नूं सब तो पहला तो ये पता होना चाहिए कि वट इज़ द मीनिंग ऑफ इंडक्टिव। इंडक्टिव का मतलब की हुंदा है? देखो एक इंडक्टिव थिंकिंग होंगी है, एक डिडक्टिव थिंकिंग होंगी है। पहले इंडक्टिव में देख लेना। इंडक्टिव होंगे मूर्त चिंतन भी, जिसनों आप बोल सकते हैं। मूर्त चिंतन का मतलब की होंगे किसी चीज़ को देख के उस बारे सोचना। मतलब फॉर एग्जाम्पल किसी बच्चे मूहरे कोई पिक्चर है तो बच्चा सोच रहा है कि इस पिक्चर, मतलब कोई लगा लो, बच्चा उस पिक्चर बारे चिंतन करना शुरू कर दिंदा है, मतलब वो देख के सोचता है। पहला उसको कोई ना कोई आप कह सकते हैं कि देख के सीखता है जो देख के सोचता है, मतलब मूर्त चिंतन करता है, दैट इज़ नोन एज इंडक्टिव। बट जेकर आप गल करिए डिडक्टिव की, तो डिडक्टिव की होंगे अमूर्त चिंतन। अमूर्त का मतलब की हो जाता है बिना देखे किसी चीज़ बारे सोचना। फॉर एग्जाम्पल जो चीज़ आपको अडोलसेंस के विच देखने को मिलती है, किशोर अवस्था के विच की होंगे बच्चा इन्ना क ज़्यादा मैच्योर हो जाता है कि वह मतलब बिना किसी, जरूरी नहीं है कि अगर उसने कुछ सोचना है या सीखना है या किसी चीज़ बारे थिंकिंग करनी है तो वो सामने वो इमेज होवे। ठीक है, जो कुछ सीखना है तो इमेजिस नाल सीखूगा, नहीं जी। जो अमूर्त चिंतन होंगे वो इमेजिस तो बाहर हो जाता, मतलब बच्चा इन्ना मैच्योर हो जाता है कि उसनों इमेजिस की लड़ नहीं होंगी है सीखने लिए। ठीक है, नैक्सट अगर आप गल करिए, इत्थे गल हो रही सी जी इंडक्टिव की, मतलब मूर्त चिंतन, मतलब बच्चा देख के सीखता है या बच्चा पिक्चर्स तो देख के सीखता है या सोचना शुरू कर दिंदा है पिक्चर्स बारे। ठीक है, नॉन टू अननोन जाता है। ठीक है, एग्जाम्पल सारा कुछ वो आ जाता है। तो बिल्कुल जो आप देख पा रहे इन्फेंसी पीरियड तो इसका राइट ऑप्शन नहीं होएगा। क्यों नहीं होएगा? क्योंकि इन्फेंसी पीरियड तो बहुत छोटी उम्र हो जाती है, 0 तो 2 साल के बच्चा ना तो मूर्त चिंतन करता है ना ही अमूर्त चिंतन करता है। अडोलसेंस भी इस ऑप्शन नहीं होएगा। अडोलसेंस क्यों नहीं होएगा? क्योंकि हुनी मैं दसिया कि अडोलसेंस के बच्चा अमूर्त चिंतन करता है ना कि मूर्त, मतलब डिडक्टिव थिंकिंग लगाता है। लेटर चाइल्डहुड या अर्ली चाइल्डहुड आ जाता है, बिल्कुल द इज द राइट ऑप्शन होएगा लेटर चाइल्डहुड। 6 तो 12 साल की उम्र के होंगे बच्चा, सी ऑप्शन इज़ द राइट ऑप्शन है। ठीक है, तो बिल्कुल 6 तो 12 साल तक की उम्र के करता है बच्चा, जो आप कह सकते हैं कि इंडक्टिव थिंकिंग वो लगानी शुरू कर दिंदा है। 6 तो 12 साल तक की उम्र के बच्चा देख के थोड़ा पिक्चर्स तो मतलब उस चीज़ बारे सोचना शुरू कर दिंदा कि यह चीज़ इदा क्यों है। ठीक है, थोड़ा लैवल उसका बिल्कुल छोटा नहीं होंगे। अर्ली चाइल्डहुड के तो बिल्कुल ही आप कह दें जिमें आप बच्चे को सिखाने बच्चा उवें सीखता है। बच्चा आप कह सकते हैं कि उस बारे सोचता नहीं कि यह क्यों है। बट हम जिमें ऊड़ा एड़ा ईड़ी है, ठीक है, वह बच्चा इमेजिस में देख रहे, ठीक है, कि ऊड़ा उठ बनया हुआ है तो बिल्कुल उसी तरीके सीखता है। बट अगर आप गल करिए 6 तो 12 के अगर कोई पिक्चर है तो उस बारे सोचता है कि इस तरीके क्यों है, बट मूर्त चिंतन करता है। ठीक है, तो 6 तो 12 साल तक लेटर चाइल्डहुड इज़ द राइट आंसर होएगा।
ਨੈਕਸਟ ਅਗਰ ਆਪਾਂ ਗੱਲ ਕਰੀਏ ਫਾਦਰ ਆਫ ਮੋਡਰਨ ਸਾਈਕੋਲੋਜੀ, ਬਿਲਕੁਲ ਇਹ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਇੱਥੇ ਗੱਲ ਕੀਤੀ ਗਈ ਹੈ ਮੋਡਰਨ ਸਾਈਕੋਲੋਜੀ ਦੀ। ਮੋਡਰਨ ਸਾਈਕੋਲੋਜੀ ਦੇ ਫਾਦਰ ਕੌਣ ਸੀ, ਤਾਂ ਇਹ ਤਾਂ ਬਿਲਕੁਲ ਤੁਹਾਨੂੰ ਯਾਦ ਹੀ ਹੋਣਾ ਚਾਹੀਦਾ। ਦ ਫਾਦਰ ਆਫ ਮੋਡਰਨ ਸਾਈਕੋਲੋਜੀ ਇਜ਼ ਵਿਲੀਅਮ ਜੇਮਸ। ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਹੋਏਗਾ, ਠੀਕ ਹੈ। ਵਿਲੀਅਮ ਜੇਮਸ ਕੀ ਸੀਗੇ, ਫਾਦਰ ਆਫ ਮੋਡਰਨ ਸਾਈਕੋਲੋਜੀ। बट जेकर मैं ਤੁਹਾਨੂੰ ਕਹਿ ਦੇਵਾਂਗੀ ਫਾਦਰ ਆਫ ਸਾਈਕੋਲੋਜੀ ਕੌਣ ਸੀ, ਦ ਡਿਫਰੈਂਸ ਤੁਸੀਂ ਦੇਖ ਰਹੇ ਹੋ, ਇੱਥੇ ਮੈਂ ਮਾਡਰਨ ਸਾਈਕੋਲੋਜੀ ਦੀ ਗੱਲ ਕਰ ਰਹੀ ਹਾਂ ਔਰ ਇੱਥੇ ਮੈਂ ਓਨਲੀ ਸਾਈਕੋਲੋਜੀ ਦੀ ਗੱਲ ਕਰ ਰਹੀ ਹਾਂ। ਤਾਂ ਫਾਦਰ ਆਫ ਜਸਟ ਸਟਾਰਟਿੰਗ ਦੀ ਅਗਰ ਆਪਾਂ ਗੱਲ ਕਰੀਏ, ਠੀਕ ਹੈ, ਮਾਡਰਨ ਸਾਈਕੋਲੋਜੀ ਦੇ ਫਾਦਰ ਸੀਗੇ ਵਿਲੀਅਮ ਜੇਮਸ। ਅਗਰ ਉਹ ਮਾਡਰਨ ਸਾਈਕੋਲੋਜੀ ਦੇ ਫਾਦਰ ਸੀ ਤਾਂ ਉਸ ਤੋਂ ਪਹਿਲਾਂ ਵੀ ਤਾਂ ਕੁਝ ਨੂੰ ਇਹ ਪਦਵੀ ਹਾਸਿਲ ਹੋਏਗੀ ਨਾ। ਤਾਂ ਉਸ ਤੋਂ ਪਹਿਲਾਂ ਜਿਹੜੀ ਇਹ ਪਦਵੀ ਹਾਸਿਲ ਸੀ ਉਹ ਕਿਹਨਾਂ ਨੂੰ ਸੀ, ਵਿਲੀਅਮ ਵੁੰਟ ਨੂੰ ਸੀ। ਤਾਂ ਬਿਲਕੁਲ ਇਹ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਹੈ, ਠੀਕ ਹੈ। ਇਸ ਚੀਜ਼ ਬਾਰੇ ਆਪਾਂ ਡਿਟੇਲ ਦੇ ਵਿੱਚ ਓਰੀਜਨ ਜਾਂ ਹਿਸਟਰੀ ਆਫ ਸਾਈਕੋਲੋਜੀ ਦੇ ਵਿੱਚ ਡਿਸਕਸ ਕੀਤਾ ਹੈ, ਠੀਕ ਹੈ। ਤੁਸੀਂ ਉੱਥੋਂ ਦੇਖ ਸਕਦੇ ਹੋ, ਸਟੱਡੀ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਹਾਲੇ ਤੱਕ ਕਲੀਅਰ ਨਹੀਂ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਦੇ ਪਿੱਛੇ ਜੋ ਸਟੋਰੀ ਆ ਉਹ ਵੀ ਆਪਾਂ ਪੂਰੀ ਦੇਖੀਏ ਕਿ ਪਹਿਲਾਂ ਵਿਲੀਅਮ ਵੁੰਟ ਸੀ, ਉਹਨਾਂ ਨੂੰ ਫਾਦਰ ਆਫ ਸਾਈਕੋਲੋਜੀ ਕਿਉਂ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਜੋ ਵਿਲੀਅਮ ਜੇਮਸ ਸੀ ਉਹਨਾਂ ਨੂੰ ਫਾਦਰ ਆਫ ਮਾਡਰਨ ਸਾਈਕੋਲੋਜੀ ਦੀ ਪਦਵੀ ਕਿਉਂ ਮਿਲੀ, ਠੀਕ ਹੈ। ਉਹਨਾਂ ਨੇ ਕਿਹੜੀ ਬੁੱਕ ਲਿਖੀ ਸੀ, ਕਿਹੜੇ ਈਅਰ 'ਚ ਲਿਖੀ ਸੀ, ਕੱਲੀ ਚੀਜ਼ ਤੁਹਾਨੂੰ ਉੱਥੇ ਨਜ਼ਰ ਆਏਗੀ। ਤੁਸੀਂ ਜਾ ਕੇ ਸਟੱਡੀ ਕਰ ਸਕਦੇ ਹੋ ਜੇਕਰ ਤੁਸੀਂ ਹਾਲੇ ਤੱਕ ਸਟੱਡੀ ਨਹੀਂ ਕੀਤਾ ਤਾਂ। ਨੈਕਸਟ ਅਗਰ ਆਪਾਂ ਗੱਲ ਕਰੀਏ ਫੰਕਸ਼ਨਲਿਜ਼ਮ, ਬਿਲਕੁਲ ਫੰਕਸ਼ਨਲਿਜ਼ਮ ਹੀ ਇੱਕ ਇੱਦਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨਲਿਜ਼ਮ ਦੇ ਕਾਰਨ ਹੀ ਜੋ ਆਪਾਂ ਕਹਿ ਸਕਦੇ ਹਾਂ, ਪਹਿਲੀ ਗੱਲ ਤਾਂ ਕਲੀਅਰ ਹੋਣਾ ਚਾਹੀਦਾ ਕਿ ਫੰਕਸ਼ਨਲਿਜ਼ਮ ਦਿੱਤਾ ਕਿੰਨਾ ਨੇ ਸੀ। ਤਾਂ ਫੰਕਸ਼ਨਲਿਜ਼ਮ ਤਾਂ ਦਿੱਤਾ ਸੀ ਜੀ ਵਿਲੀਅਮ ਜੇਮਸ ਨੇ, ਠੀਕ ਹੈ। ਵਿਲੀਅਮ ਵੁੰਟ ਨੇ ਸਟਰਕਚਰਲਿਜ਼ਮ ਦਿੱਤਾ ਸੀ, ਸਟਰਕਚਰਲਿਜ਼ਮ ਮਤਲਬ ਸਰਚਨਾ, ਠੀਕ ਹੈ। ਸਟਰਕਚਰਲਿਜ਼ਮ ਦਿੱਤਾ ਸੀ ਉਹਨਾਂ ਨੇ। ਉਹ ਸਾਰਾ ਕੁਛ ਆਪਾਂ ਵੈਸੇ ਤਾਂ ਕੀਤਾ ਸਟੱਡੀ, ਠੀਕ ਹੈ, ਜੋ ਕਿ ਡਿਵੈਲਪਮੈਂਟ ਦੇ ਵਿੱਚ ਕੀ ਸੀ, ਉਹ ਰੂਲ ਫੇਲ ਹੋ ਗਿਆ ਸੀ, ਨਹੀਂ ਚੱਲਿਆ ਸੀ। ਤਾਂ ਉਸ ਤੋਂ ਬਾਅਦ ਫੰਕਸ਼ਨਲਿਜ਼ਮ ਦਿੱਤਾ ਗਿਆ ਸੀ, ਮਤਲਬ ਫੰਕਸ਼ਨਸ किस तरीके ਨਾਲ ਪ੍ਰੋਸੀਡ ਹੁੰਦੇ ਨੇ ਜਾਂ ਫਿਰ ਫੰਕਸ਼ਨਸ ਬਾਰੇ ਉਹਨਾਂ ਨੇ ਦੱਸਿਆ ਸੀ। ਮਤਲਬ ਆਪਣੀ ਬੋਡੀ ਜੋ ਹੈ ਸਿਰਫ ਸਟਰਕਚਰ ਨਹੀਂ ਹੈ, ਫੰਕਸ਼ਨਲ ਵੀ ਹੈ, ਠੀਕ ਹੈ। ਆਪਣਾ ਜੋ ਵਿਕਾਸ ਹੈ ਸਿਰਫ ਸਰਚਨਾ ਨਹੀਂ ਕਰਦਾ, ਠੀਕ ਹੈ। ਆਪਣੀ ਜਸਟ ਆਪਣੀ ਆਪਾਂ ਕਹਿ ਸਕਦੇ ਆਪਣਾ ਸਟਰਕਚਰ ਨਹੀਂ ਹੈ ਵਿਕਾਸ ਦੇ ਅੰਦਰ, ਆਪਣਾ ਫੰਕਸ਼ਨਸ ਵੀ ਉਸ ਦੇ ਵਿੱਚ ਆਉਂਦੇ ਨੇ। ਤਾਂ ਬਿਲਕੁਲ ਉਹ ਚੀਜ਼ ਕਿਹਨਾਂ ਨੇ ਦੱਸੀ ਸੀ, ਵਿਲੀਅਮ ਜੇਮਸ ਨੇ ਦੱਸੀ ਸੀ। ਆਫਟਰ ਫੰਕਸ਼ਨਲਿਜ਼ਮ ਦੀ ਕਾਢ ਤੋਂ ਬਾਅਦ ਕੀ ਹੋਇਆ ਸੀ, ਉਹਨਾਂ ਨੂੰ ਫਾਦਰ ਆਫ ਮਾਡਰਨ ਸਾਈਕੋਲੋਜੀ ਦੀ ਪਦਵੀ ਮਿਲੀ ਸੀ, ਠੀਕ ਹੈ ਜੀ। ਤਾਂ ਬਿਲਕੁਲ ਨੈਕਸਟ ਅਗਰ ਆਪਾਂ ਗੱਲ ਕਰੀਏ ਡਿਵੈਲਪਮੈਂਟ ਕੀ ਹੈ, ਹੁਣ ਦੇਖੋ ਉਹੀ ਚੀਜ਼ ਆ ਗਈ, ਸਟਰਕਚਰਲ ਹੈ ਜਾਂ ਫੰਕਸ਼ਨਲ ਹੈ ਜਾਂ ਦੋਨੋਂ ਨੇ ਜਾਂ ਕੋਈ ਵੀ ਨਹੀਂ ਹੈ। ਜੇਕਰ ਆਪਾਂ ਗੱਲ ਕਰੀਏ ਡਿਵੈਲਪਮੈਂਟ ਕੀ ਹੈ, ਡਿਵੈਲਪਮੈਂਟ ਨੂੰ ਇਕੱਲਾ ਫੰਕਸ਼ਨਲ ਸਟਰਕਚਰਲ ਕਹਿਣਾ ਸਹੀ ਨਹੀਂ ਹੋਊਗਾ। ਕਿਉਂ ਨਹੀਂ ਹੋਊਗਾ ਇਕੱਲਾ ਸਰਚਨਾ ਆਪਾਂ ਬੋਲ ਸਕਦੇ ਹਾਂ। ਤਾਂ ਕਿਉਂ ਨਹੀਂ ਹੋਊਗਾ ਸਹੀ, ਕਿਉਂਕਿ ਕਿਤੇ ਨਾ ਕਿਤੇ ਸਿਰਫ ਆਪਣੇ ਸਟਰਕਚਰ ਦੀ ਗੱਲ ਨਹੀਂ ਹੁੰਦੀ ਵਿਕਾਸ ਦੇ ਵਿੱਚ, ਠੀਕ ਹੈ। ਆਪਣਾ ਬੋਡੀ ਸਟਰਕਚਰ ਕਿਵੇਂ ਦਾ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਗੱਲ ਨਹੀਂ ਹੁੰਦੀ। ਜੇਕਰ ਮੈਂ ਕਹਾਂ ਕਿ ਇਕੱਲਾ ਫੰਕਸ਼ਨਲ ਹੈ, ਇਕੱਲੇ ਫੰਕਸ਼ਨਲ ਦੀ ਗੱਲ ਵੀ ਨਹੀਂ ਹੁੰਦੀ। ਸਿਰਫ ਆਪਾਂ ਕਿਸ ਤਰੀਕੇ ਨਾਲ ਸੋਚ ਰਹੇ ਹਾਂ, ਆਪਣੇ ਫੰਕਸ਼ਨਸ ਆਪਾਂ ਕਹਿ ਸਕਦੇ ਹਾਂ, ਆਪਣਾ ਸੋਸ਼ਲ, ਇਹ ਸਾਰੇ ਫੰਕਸ਼ਨਸ ਦੇ ਵਿੱਚ ਆ ਜਾਂਦੇ ਨੇ, ਸੋਸ਼ਲ ਮੋਰਲ, ਠੀਕ ਹੈ। ਸਿਰਫ ਉਹਨਾਂ ਦੀ ਗੱਲ ਨਹੀਂ ਹੁੰਦੀ, ਨਾਲ ਦੋਨੋਂ ਦੇਖੋ। ਜਦੋਂ ਵਿਕਾਸ ਹੁੰਦਾ ਆਪਾਂ ਸਿਰਫ ਸਿੱਖ ਰਹੇ ਹਾਂ ਪਰ ਆਪਣੀ ਬੋਡੀ ਓਨੀ ਹੀ ਹੈ। ਮਤਲਬ 4 ਸਾਲ ਦੀ ਉਮਰ ਦਾ ਬੱਚਾ ਬਹੁਤ ਕੁਛ ਸਿੱਖ ਗਿਆ, ਕਾਫੀ ਕੁਛ ਸਿੱਖ ਲਿਆ ਉਸਨੇ, ਉਹਦੇ ਫੰਕਸ਼ਨਸ ਕਾਫੀ ਡਿਵੈਲਪਮੈਂਟ ਆਪਾਂ ਕਹਿ ਸਕਦੇ ਹਾਂ ਹੋਇਆ, ਵਿਕਾਸ ਹੋਇਆ, ਠੀਕ ਹੈ। ਉਸਦਾ ਮਾਈਂਡ ਕਾਫੀ ਤੇਜ਼ ਹੈ। ਬਟ ਹੋ ਸਕਦਾ ਇੱਦਾਂ ਕਿ ਉਸਦਾ ਸਰੀਰ ਦਾ ਵਿਕਾਸ ਨਾ ਹੋਵੇ, ਦੋਨੋਂ ਹੋਣਗੇ ਨਾ, ਸਟਰਕਚਰ ਵੀ ਹੋਏਗਾ ਔਰ ਫੰਕਸ਼ਨਸ ਵੀ ਹੋਣਗੇ। ਤਾਂ ਦੋਨੋਂ ਚੀਜ਼ਾਂ ਆਪਾਂ ਨੂੰ ਵਿਕਾਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਤਾਂ ਬਿਲਕੁਲ ਦੋਨੋਂ ਹੀ ਇਜ਼ ਦਾ ਰਾਈਟ ਆਪਸ਼ਨ ਹੈ। ਮਤਲਬ ਸੀ ਜੋ ਆਪਸ਼ਨ ਹੈ ਉਹ ਰਾਈਟ ਹੈ, ਬੋਥ A ਐਂਡ B। ਫੰਕਸ਼ਨਸ ਵੀ ਹੁੰਦੇ ਨੇ ਇਸ ਦੇ ਵਿੱਚ, ਸਟਰਕਚਰ ਵੀ ਹੁੰਦਾ, ਤਾਂ ਦੋਨੋਂ ਇਜ਼ ਦਾ ਰਾਈਟ ਆਪਸ਼ਨ ਨੇ। ਨੈਕਸਟ ਅਗਰ ਆਪਾਂ ਗੱਲ ਕਰੀਏ 25th ਦੀ, ਦੇਖੋ 25th ਕੀ ਹੈ, ਫਾਲ। ਪਹਿਲਾਂ ਤਾਂ ਇਹ ਸਮਝੋ ਕਿ FAL ਫਾਲ ਹੈ ਕੀ। ਫਾਲ ਦਾ ਮਤਲਬ ਹੋ ਜਾਂਦਾ ਹੈ, F ਮੀਨਸ ਫੀਅਰ, ਇਹ ਵੀ ਆਪਾਂ ਡਿਟੇਲ ਦੇ ਵਿੱਚ ਕੀਤਾ ਸੀ। A ਮੀਨਸ ਐਂਗਰ, ਠੀਕ ਹੈ, ਔਰ L ਮੀਨਸ ਲਵ। ਇਹ 3 ਫੀਲਿੰਗਸ ਨੇ, ਠੀਕ ਹੈ। ਇਹ ਤਿੰਨੇ ਫੀਲਿੰਗਸ ਨੇ ਜੋ ਬੱਚੇ ਦੇ ਵਿੱਚ ਜਨਮ ਤੋਂ ਹੀ ਹੁੰਦੀਆਂ ਨੇ। ਜਨਮ ਤੋਂ ਮੀਨਸ ਬਿਲਕੁਲ ਜੋ ਛੋਟਾ, ਜਿੱਦਾਂ ਹੁਣ ਨਵਾਂ ਜਨਮ ਆਪਾਂ ਕਹਿ ਸਕਦੇ ਹਾਂ, ਬਿਲਕੁਲ ਸਟਾਰਟਿੰਗ ਦੇ ਤੋਂ ਹੀ ਜੋ ਇਹ 3 ਫੀਲਿੰਗਸ ਨੇ ਇੱਕ ਬੱਚੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਬੱਚਾ ਡਰਦਾ ਵੀ ਹੈ, ਬਿਲਕੁਲ ਆਪਾਂ ਦੇਖਦੇ ਹਾਂ ਬੱਚਾ ਡਰਦਾ ਹੈ, ਛੋਟੀ ਬਹੁਤ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਗੁੱਸਾ ਵੀ ਉਸਨੂੰ ਆਉਂਦਾ ਹੈ ਔਰ ਲਵ ਮਤਲਬ ਪਿਆਰ ਵੀ ਉਸ ਦੇ ਵਿੱਚ ਹੁੰਦਾ ਹੈ। ਤਾਂ ਬਿਲਕੁਲ ਫਾਲ ਦਾ ਮਤਲਬ ਇਹ ਤਿੰਨੋਂ ਫੀਲਿੰਗਸ ਨੇ ਜੋ ਬੱਚੇ ਦੇ ਵਿੱਚ ਜਨਮ ਤੋਂ ਹੀ ਦੇਖਣ ਨੂੰ ਮਿਲਦੀਆਂ ਨੇ। ਹੁਣ ਇਹ ਜੋ ਵਰਡ ਸੀ ਫਾਲ, ਉਹ ਦਿੱਤਾ ਕਿੰਨਾ ਨੇ ਸੀ, ਡਾਕਟਰ ਹੌਲੌਕ ਨੇ ਦਿੱਤਾ ਸੀ, ਵਿਲੀਅਮ ਜੇਮਸ ਨੇ ਦਿੱਤਾ ਸੀ, JB ਵਾਟਸਨ ਨੇ ਦਿੱਤਾ ਸੀ ਜਾਂ ਵਿਲੀਅਮ ਵੁੰਟ ਨੇ ਦਿੱਤਾ ਸੀ। ਤਾਂ ਬਿਲਕੁਲ ਜੋ ਇਸਦਾ ਰਾਈਟ ਆਪਸ਼ਨ ਹੈ ਉਹ ਹੈ JB ਵਾਟਸਨ। JB ਵਾਟਸਨ ਮਤਲਬ ਆਪਸ਼ਨ B। ਆਪਸ਼ਨ B ਇਜ਼ ਦਾ ਰਾਈਟ ਆਪਸ਼ਨ ਹੈ। JB ਵਾਟਸਨ ਦੁਆਰਾ ਦਿੱਤਾ ਗਿਆ ਸੀ ਫਾਲ ਮਤਲਬ ਫੀਅਰ, ਐਂਗਰ, ਲਵ ਮਤਲਬ ਬੱਚੇ ਦੇ ਵਿੱਚ ਜਨਮ ਤੋਂ ਹੀ ਇਹ 3 ਜੋ ਇਮੋਸ਼ਨਸ ਨੇ, ਫੀਲਿੰਗਸ ਨੇ, ਉਹ ਹੁੰਦੀਆਂ ਨੇ, ਠੀਕ ਹੈ ਜੀ। ਇਹ ਕਿਹਨਾਂ ਦਾ ਕਹਿਣਾ ਸੀ, JB ਵਾਟਸਨ ਦਾ। ਤਾਂ ਬਿਲਕੁਲ ਇਹ ਵੀ ਆਪਾਂ ਕਰ ਚੁੱਕੇ ਹਾਂ।
डेवलपमेंट ऑफ कॉन्सैप्ट ऑफ प्राइमरली अ पार्ट हुण देखो जो डेवलपमेंट है ठीक है वो आप की कह सकते हैं कि इमोशनल डेवलपमेंट फिजिकल इंटैक्चुअल या फिर सोशल ठीक है। हुण 26 की अगर आप गल करिए तो इत्थे आप देख पा रहे हैं इमोशनल डेवलपमेंट किहड़ा हुंदा है, फिजिकल किहड़ा हुंदा है, सोशल किहड़ा हुंदा है, ते इंटैक्चुअल मतलब इंटलैक्चुअल किहड़ा हुंदा है। इमोशनल जो डेवलपमेंट हुंदा है अपने इमोशनस का संवेग विकास किया जाता है ठीक है, संवेगात्मक। फिजिकल जो अपनी फिजिकल हुंदी है, सोशल मतलब आपां पहला की सीखते हैं कॉन्सैप्ट सीखते हैं। सब तो पहला किसी भी चीज़ को सीखने लिए आपां उसका कॉन्सैप्ट क्लीयर होना चाहिए तां ही आपां उसनूं अगे सीख पावांगे। सोशल डेवलपमेंट की अगर आप गल करिए जो डेवलपमेंट इत्थे इन्हां ने पूछे कॉन्सैप्ट नाल रिलेटेड है। कॉन्सैप्ट का मतलब किसी भी चीज़ को आप सीख रहे हैं तो कॉन्सैप्ट की गल कर रहे हैं तो इंटैक्चुअल जो सी बी ऑप्शन है वो राइट है ठीक है। इमोशनल का फिजिकल का सोशल नाल कॉन्सैप्ट्स नाल किते ना किते कोई भी लेना देना नहीं है। फिजिकल शरीरिक नाल हो जाता है, सोशल सोसाइटी नाल हो जाता है, इमोशनल संवेगात्मक नाल हो जाता है। बट अगर आप गल करिए इंटलैक्चुअल की तो बिल्कुल वो की होएगा अपने कॉन्सैप्ट्स नाल रिलेटेड होएगा। मतलब किसी भी चीज़ को सीखने तो पहला आपां नूं उसके कॉन्सैप्ट्स नूं सीखना पैंदा है, उसके बेसिक नूं आपां कह सकते हैं क्लीयर करना पैंदा है ठीक है। तो बिल्कुल जो बी ऑप्शन है इसका की होएगा राइट ऑप्शन होएगा। नैक्सट अगर आप गल करिए अकॉर्डिंग टू ई बी हॉलोक पीरियड ऑफ इन्फेंसी, बिल्कुल पीरियड ऑफ इन्फेंसी कित्थों शुरू होंदा है। बट इत्थे एक चीज़ देखो ध्यान नाल इत्थे की किया गया अकॉर्डिंग टू ई बी हॉलोक। बिल्कुल इत्थे साइकोलॉजिस्ट के जो नाम ने यूज़ किए जा रहे हैं ई बी हॉलोक के अकॉर्डिंग किहड़ा जो है वो इन्फेंसी पीरियड है ठीक है। तो जन्म तो 1 साल तक का समा जो जन्म तो 2 साल तक का समा, जन्म तो 3 हफ्ते तक का समा जो जन्म तो 2 हफ्ते तक का समा। तो बिल्कुल ये जिन्हें बच्चों ने स्टडी किया है सिर्फ वही बच्चे इसका आंसर दे सकेंगे। तो इसका राइट ऑप्शन की होएगा डी होएगा। जन्म तो 2 हफ्ते तक के समय नूं उन्होंने की किया सी इन्फेंसी पीरियड किया सी। ते उन्होंने कहा सी कि यह सब तो आप कह सकते हैं कि बहुत बच्चे की इतनी बहुत ज़्यादा केयर करनी पैंदी है। मतलब किते ना किते बहुत ज़्यादा जरूरत होंदी है बच्चे ने इतनी केयर करने की, कठिन समा भी उन्होंने इसमें किया सी। तो बिल्कुल जो अपना राइट ऑप्शन है वो की है डी मतलब बर्थ तो 2 हफ्ते तक ठीक है, जन्म तो 2 हफ्ते तक। नैक्सट अगर आप गल करिए हु सैड अडोलसेंस इज़ अ पीरियड ऑफ स्ट्रॉम एंड स्ट्रैस। अडोलसेंस एक मतलब आप कह सकते हैं स्ट्रॉम तो स्ट्रैस का समा है ठीक है। तो वैसे भी आप बहुत जगह पर अपन इस चीज़ की नॉलेज है। बट ये गल कही किन्ना ने सी, सिगमंड फ्रॉइड ने कही सी, पियाजे ने कही सी, ई बी हॉलोक ने कही सी, जो स्टैनली हॉल ने कहा सी। तो बिल्कुल ये जो स्टेटमेंट है ये दी गई सी जी स्टैनली हॉल द्वारा मतलब ऑप्शन बी इज़ द राइट ऑप्शन ठीक है। तो सिगमंड फ्रॉइड पियाजे हॉलोक इन्होंने नहीं कहा सी जो अडोलसेंस है जो स्ट्रॉम तो स्ट्रैस का पीरियड है ये गल कही सी स्टैनली हॉल ने ठीक है। तो देखो जो एवें दे क्वेश्चन आ जाते हैं ना विद नेम के डेफिनेशन किन्ना ने दी सी या फिर ये गल किन्ना ने कही सी ए स्टेज ई बी हॉलोक के अकॉर्डिंग किहड़ी सी या पियाजे के अकॉर्डिंग इसनूं की किया जाता है। तो इत्थे सिर्फ वही कोई स्टूडेंट आंसर दे पाते हैं जिन्होंने स्टडी की है ठीक है। अदरवाइज तो बिल्कुल कॉमन जी गल्लां ने जो आप देख पाने हैं रियल लाइफ ने रिलेटेड होंदियां ने। अडोलसेंस बिहेवियर एंड एटीट्यूड आर अफेक्टेड मोस्टली बाय ठीक है। देखो जो अपनी टीन एज होंगी है उसका जो बिहेवियर होंदा है ठीक है, उसका जो एटीट्यूड होंदा है वो सब तो ज़्यादा किन्ना तो इफेक्ट होंदा है, टीचर तो इफेक्ट होंदा है, अपने जो पीयर ग्रुप मतलब उन्होंने जो एजमेट्स होंगे ने उन्होंने हान के फ्रेंड्स होंगे ने ठीक है। एक ग्रुप होंगे ग्रुप के रहते हैं पीयर ग्रुप मतलब हान का आप कह सकते हैं दोस्तों का एक ग्रुप ठीक है। पेरेंट्स तो इफेक्ट होंदा है या फिल्म्स तो इफेक्ट होंदा है। तो बिल्कुल जी और ज़्यादा समा किहदे नाल स्पेंड करते हैं ऑप्शन सी इज़ द राइट ऑप्शन होएगा, पीयर ग्रुप राइट ऑप्शन होएगा क्योंकि अपना ज़्यादा समा अपने दोस्तों नाल बिताते हैं अपने फ्रेंड्स नाल बिताते हैं। तो बिल्कुल पीयर ग्रुप है जो किते ना किते अफेक्ट करता है एक टीन एज के बिहेवियर में जो उसके एटीट्यूड में। नैक्सट अगर आप गल करिए ह्यूमन डेवलपमेंट की होंदा है, क्वालिटेटिव होंदा है, क्वांटिटेटिव होंदा है, दोनों होंदे ने या फिर एक सीमा तक ही उसनूं मापिया जा सकता है ठीक है। तो देखते हैं देखो क्वांटिटेटिव का मतलब हो गया मात्रात्मक, मात्रात्मक का मतलब हो गया कि जिसनों मापिया जा सकता है ठीक है। मैं तोल सकती हाँ फॉर एग्जाम्पल मेरा वेट कितना वधिया है मैं उसनों तोल सकती हाँ, मेरी हाइट कितनी लंबी हुई है मैं उसनों देख सकती हाँ माप सकती हाँ, दैट इज़ क्वांटिटेटिव।
ਕੁਆਲੀਟੇਟਿਵ ਹੋ ਜਾਂਦਾ ਆਪਾਂ ਕੀ ਕੁਆਲਿਟੀਜ਼ ਸਿੱਖਦੇ ਹਾਂ। ਕੁਆਲਿਟੀਜ਼ ਦਾ ਮਤਲਬ ਹੋ ਜਾਂਦਾ ਕਿ ਮੇਰੇ ਦਿਮਾਗ ਦਾ ਕਿੰਨਾ ਵਿਕਾਸ ਹੋਇਆ। ਹੁਣ ਇਸ ਨੂੰ ਮੈਂ ਮਾਪ ਨਹੀਂ ਨਾ ਸਕਦੀ ਕਿ ਮੇਰੇ ਵਿਕਾਸ ਦਾ ਦਿਮਾਗ ਦਾ ਕਿੰਨਾ ਵਿਕਾਸ ਹੋਇਆ। ਮੈਨੇ ਕੱਲ੍ਹ ਇਹ ਟੌਪਿਕ ਨਹੀਂ ਕਲੀਅਰ ਕੀਤਾ ਸੀ, ਅੱਜ ਮੇਰਾ ਇਹ ਟੌਪਿਕ ਕਲੀਅਰ ਹੈ, ਤਾਂ ਮੇਰੇ ਵਿਕਾਸ ਦੇ ਵਿੱਚ ਕਿੰਨਾ ਕੁ ਆਪਾਂ ਮੇਰੇ ਦਿਮਾਗ ਦੇ ਵਿੱਚ ਮੈਨੇ ਕਿੰਨਾ ਸਿੱਖਿਆ ਹੈ। ਜਾਂ ਫਿਰ 4 ਸਾਲ ਤੋਂ ਬਾਅਦ ਮੈਨੇ 4 ਸਾਲ ਪਹਿਲਾਂ ਦੇਖਿਆ ਕਿ ਮੇਰੇ ਮੇਰੇ ਦਿਮਾਗ ਨੇ ਇੰਨਾ ਸਿੱਖਿਆ ਸੀ, 4 ਸਾਲ ਬਾਅਦ ਮੈਨੇ ਬਹੁਤ ਕੁਝ ਸਿੱਖ ਲਿਆ, ਤਾਂ ਕਿ ਮੈਂ ਉਸ ਨੂੰ ਮਾਪ ਸਕਦੀ ਹਾਂ ਕਿ ਮੈਨੇ 1 ਕਿਲੋ ਜ਼ਿਆਦਾ ਸਿੱਖਿਆ ਜਾਂ 2 ਗ੍ਰਾਮ ਜ਼ਿਆਦਾ ਸਿੱਖਿਆ। ਤਾਂ ਇਸ ਤਰੀਕੇ ਨਾਲ ਨਹੀਂ ਹੁੰਦਾ। ਕੁਆਲੀਟੇਟਿਵ ਜਿਨ੍ਹਾਂ ਨੂੰ ਨਹੀਂ ਮਾਪਿਆ ਜਾ ਸਕਦਾ ਉਹ ਸਾਰੀਆਂ ਕੁਆਲਿਟੀਜ਼, ਮਤਲਬ ਜਿਨ੍ਹਾਂ ਨੂੰ ਆਪਾਂ ਕਿਤੇ ਨਾ ਕਿਤੇ ਬੁੱਧੀ ਦਾ ਵਿਕਾਸ ਹੋ ਗਿਆ, ਭਾਸ਼ਾ ਦਾ ਵਿਕਾਸ ਹੋ ਗਿਆ, ਰਾਈਟ, ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ। ਅੰਦਾਜ਼ਾ ਇੱਕ ਥੋੜ੍ਹਾ ਬਹੁਤ, ਹਾਂਜੀ, ਬਹੁਤ ਜ਼ਿਆਦਾ ਤੇਜ਼ੀ ਨਾਲ ਇਹ 'ਚ ਚੇਂਜ ਆਏ ਨੇ, ਬਹੁਤ ਜ਼ਿਆਦਾ ਤੇਜ਼ੀ ਨਾਲ ਇਹ ਸਿੱਖ ਰਿਹਾ, ਜਾਂ ਫਿਰ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ, ਬਟ ਐਗਜ਼ੈਕਟ ਨਹੀਂ ਮਾਪ ਸਕਦੇ। ਬਿਲਕੁਲ ਜੋ ਡਿਵੈਲਪਮੈਂਟ ਹੁੰਦਾ ਉਹ ਕੁਆਂਟੀਟੇਟਿਵ ਵੀ ਹੁੰਦਾ ਅਤੇ ਕੁਆਲੀਟੇਟਿਵ ਵੀ ਹੁੰਦਾ। ਤਾਂ ਜੋ ਡੀ ਆਪਸ਼ਨ ਹੈ ਉਹ ਤੱਥੀ ਗਲਤ ਹੋ ਜਾਂਦੀ ਹੈ। ਠੀਕ ਹੈ, ਦੇਖੋ ਜੋ ਆਪਾਂ ਕਿਹਾ ਸੀ ਡਿਵੈਲਪਮੈਂਟ ਹੁੰਦਾ, ਇਹਦੇ ਵਿੱਚ ਫਿਜ਼ੀਕਲੀ ਵੀ ਆਉਂਦਾ ਔਰ ਕੋਗਨੀਟਿਵ ਵੀ ਆਉਂਦਾ ਔਰ ਸੋਸ਼ਲ ਆਪਾਂ ਕਹਿ ਸਕਦੇ ਸਾਈਕੋਲੋਜੀਕਲ ਵੀ ਆਉਂਦਾ ਔਰ ਕਿਤੇ ਨਾ ਕਿਤੇ ਇਮੋਸ਼ਨਲ ਵੀ ਆਉਂਦਾ। ਠੀਕ ਹੈ, ਤਾਂ ਕਿਤੇ ਨਾ ਕਿਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੋ ਡਿਵੈਲਪਮੈਂਟ ਹੁੰਦਾ ਉਹ ਕੀ ਹੁੰਦਾ, ਸਾਰਿਆਂ ਨੂੰ ਆਪਣੇ ਅੰਦਰ ਕਵਰ ਕਰਦਾ ਹੈ। ਠੀਕ ਹੈ, ਤਾਂ ਡਿਵੈਲਪਮੈਂਟ ਦੇ ਵਿੱਚ ਫਿਜ਼ੀਕਲੀ ਗਰੋਥ ਵੀ ਆਏਗੀ ਔਰ ਮੈਂਟਲੀ ਵੀ ਆਏਗੀ। ਤਾਂ ਉਹ ਕੁਆਲੀਟੇਟਿਵ ਵੀ ਹੋਊਗਾ ਅਤੇ ਕੁਆਂਟੀਟੇਟਿਵ ਵੀ ਹੋਊਗਾ, ਦੋਨੋਂ ਚੀਜ਼ਾਂ ਇਹਦੇ ਵਿੱਚ ਹੋਣਗੀਆਂ। ਅਗਰ ਇਕੱਲਾ ਗਰੋਥ ਪੁੱਛ ਲਿਆ ਜਾਂਦਾ ਤਾਂ ਉਹ ਕੁਆਲੀਟੇਟਿਵ ਹੁੰਦਾ, ਬਟ ਅਗਰ ਡਿਵੈਲਪਮੈਂਟ ਦੀ ਗੱਲ ਕਰ ਰਿਹਾ ਤਾਂ ਉਹ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਦੋਨੋਂ ਹੁੰਦਾ। ਦੋਨੋਂ ਮੀਨਸ ਬੋਥ ਏ ਐਂਡ ਬੀ, ਮਤਲਬ ਜੋ ਸੀ ਆਪਸ਼ਨ ਹੈ ਉਹ ਕੀ ਹੈ, ਰਾਈਟ ਆਪਸ਼ਨ ਹੈ ਇਸ ਕੁਐਸਚਨ ਦੇ ਲਈ। ਠੀਕ ਹੈ ਜੀ, ਉਮੀਦ ਹੈ ਇਹ ਪੂਰਾ ਦਾ ਪੂਰਾ ਟੌਪਿਕ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਗਾ। ਅਤੇ ਬਿਲਕੁਲ ਜਿੰਨੇ ਤੁਹਾਡੇ ਆਊਟ ਆਫ 30 ਕੁਐਸਚਨ ਦੇ ਵਿੱਚੋਂ ਕਿੰਨੇ ਤੁਹਾਡੇ ਮਾਰਕਸ ਬਣੇ ਨੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। ਠੀਕ ਹੈ, ਔਰ ਅਗਰ ਅੱਛਾ ਲੱਗਾ ਵੀਡੀਓ ਤਾਂ ਬਿਲਕੁਲ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ, ਤਾਂ ਕਿ ਜੋ ਤਿਆਰੀ ਕਰ ਰਹੇ ਨੇ ਪੀਐਸ ਸੈਟ ਦੇ ਲਈ, ਠੀਕ ਹੈ, ਪ੍ਰੋਬਲਮਸ ਨੂੰ ਫੇਸ ਕਰ ਰਹੇ ਨੇ, ਤਾਂ ਉਹਨਾਂ ਲਈ ਹੈਲਪਫੁਲ ਹੋਵੇ ਥੋੜ੍ਹਾ ਬਹੁਤ। ਅਤੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਥੋੜ੍ਹਾ ਬਹੁਤ ਤੇਜ਼ੀ ਨਾਲ ਹੋਰ ਸਿਲੇਬਸ ਕਰਨ ਦੀ। ਠੀਕ ਹੈ, ਤਾਂ ਬਿਲਕੁਲ ਉਮੀਦ ਕੀਤੀ ਜਾਏਗੀ ਕਿ ਕੱਲ੍ਹ ਨੂੰ ਤੁਹਾਡੀਆਂ CDP ਦੀਆਂ 2 ਜੋ ਵੀਡੀਓਜ਼ ਨੇ ਸ਼ਾਇਦ ਤੁਹਾਨੂੰ ਦੇਖਣ ਨੂੰ ਮਿਲਣ, ਜਾਂ ਫਿਰ ਹੈਰੀਡਿਟੀ ਅਤੇ ਇਨਵਾਇਰਮੈਂਟ ਦੇ ਜੋ MCQs ਨੇ ਉਹਨਾਂ ਨੂੰ ਅੱਜ ਹੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇ। ਬਾਕੀ ਜੇ ਅੱਜ ਨਹੀਂ ਹੋਏਗਾ ਤਾਂ ਕੱਲ੍ਹ ਨੂੰ ਤੁਹਾਡੇ ਨਾਲ ਹੈਰੀਡਿਟੀ ਇਨਵਾਇਰਮੈਂਟ ਦੇ ਜੋ ਟੌਪਿਕ ਨੇ ਉਸ ਨੂੰ ਕਲੀਅਰ ਕਰਕੇ ਨਵਾਂ ਟੌਪਿਕ ਲਰਨਿੰਗ ਡਿਸੇਬਿਲਿਟੀ ਵੀ ਸਟਾਰਟ ਕਰ ਲਿਆ ਜਾਏਗਾ। ਠੀਕ ਹੈ ਜੀ, ਤਾਂ ਬਿਲਕੁਲ ਲਾਈਕ ਸ਼ੇਅਰ ਸਪੋਰਟ ਜ਼ਰੂਰ ਕਰੋ। ਠੀਕ ਹੈ, ਅਤੇ ਜੇਕਰ ਪਸੰਦ ਆਇਆ ਵੀਡੀਓ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ, ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰ ਨਵੇਂ ਆਏ ਹੋ ਸਾਡੇ ਚੈਨਲ ਦੇ ਉੱਪਰ। ਅਤੇ ਜ਼ਰੂਰ ਦੱਸੋ ਤੁਹਾਡੀ ਜੋ ਤਿਆਰੀ ਹੈ ਫਸਟ ਟੌਪਿਕ ਦੀ ਉਹ ਕਿਸ ਤਰੀਕੇ ਨਾਲ ਰਹੀ। ਅੱਗੇ ਵਧਾਂਗੇ, ਥੋੜ੍ਹਾ ਜਿਹਾ ਇਹ ਟੌਪਿਕ ਆਪਣਾ ਇੱਥੇ ਹੀ ਕੰਪਲੀਟ ਹੁੰਦਾ। ਠੀਕ ਹੈ, ਹੁਣ ਇਸ ਨੂੰ ਐਗਜ਼ਾਮ ਟਾਈਮ ਹੀ ਦੇਖਾਂਗੇ, ਅਤੇ ਤੁਸੀਂ ਪਰ ਆਪਣੇ ਨਾਲ ਨੋਟਸ ਬਣਾਉਂਦੇ ਰਹੋ, ਰਿਵੀਜ਼ਨ ਕਰਦੇ ਰਹੋ। ਠੀਕ ਹੈ, ਤਾਂ ਬਿਲਕੁਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਹੈਰੀਡਿਟੀ ਇਨਵਾਇਰਮੈਂਟ ਦੇ ਜੋ MCQs ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਦੇਖਾਂਗੇ। ਉਹ ਵੀ ਕੁਛ ਨੀਅਰ ਅਬਾਊਟ 30 ਰਹਿਣਗੇ। ਠੀਕ ਹੈ, ਇੰਪੋਰਟੈਂਟ ਰਹਿਣਗੇ, ਕੋਸ਼ਿਸ਼ ਕੀਤੀ ਜਾਏਗੀ ਕਿ ਜ਼ਿਆਦਾ ਤੋਂ ਜ਼ਿਆਦਾ ਇੰਪੋਰਟੈਂਟ ਜੋ ਕੁਐਸਚਨ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਤਾਂ ਬਿਲਕੁਲ ਚਲੋ ਜੀ, ਡਿਸਕਸ ਕਰਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ MCQs ਨੂੰ। ਤਾਂ ਅੱਜ ਬਸ ਇੰਨਾ ਹੀ, ਥੈਂਕ ਯੂ।